ਵਾਹਿਗੁਰੂ ਜੀ। ਤੇਗ ਬਹਾਦਰ ਸਿਮਰਿਆ ਕਰ ਨੌ ਨਿਧਿਆਵੇ ਧਾਏ। ਸਭ ਥਾਈ ਹੋਏ ਸਹਾਏ। ਨਾਉ ਕਰਦਾ ਕਾਦਰ ਕਰੇ ਕਿਉ ਬੋਲ ਹੋਵੇ ਜੋ ਖੀਮੰਦੈ। ਦੈ ਗੁਣਾ ਸਤ ਭੈਣ ਪਰਾਵ ਹੈ ਪਾਰੰਗਤ ਦਾਨ ਪੜੀ ਮੰਦੇ। ਨਾਨਕ ਰਾਜ ਚਲਾਇਆ ਸਤ ਕੋਟ ਸਤਾਣੀ ਨੀਮੰਦੇ। ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਮੰਦੇ। ਲੈਣੇ ਧਰਿਓ ਸਤ ਸਿਰ ਕਰ ਸਿਫਤੀ ਅੰਮ੍ਰਿਤ ਪੀਮੰਦੇ। ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾਉ ਕੋਇ ਜੀਵੰਦੇ। ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਕੱਲ ਆਪਾਂ ਵਿਚਾਰ ਕੀਤੀ ਸੀ ਕਿ ਧਰਮ ਗ੍ਰੰਥਾਂ ਨੂੰ ਸੁਣਨ ਦੇ ਨਾਲ ਬੰਦੇ ਦੀ ਸੁਰਤ ਇਕਾਗਰ ਹੁੰਦੀ ਹੈ, ਸੱਚ ਦੇ ਨਾਲ ਧਿਆਨ ਜੁੜ ਜਾਂਦਾ ਜਿਹੜਾ ਧਰਮ ਗ੍ਰੰਥਾਂ ਨਾਲ ਪੜ੍ਹਦਾ ਸੁਣਦਾ ਤੇ ਵਿਚਾਰਦਾ। ਕਿਉਂਕਿ ਜਿਹੜੇ ਮਹਾਂਪੁਰਖਾਂ ਨੇ ਬਚਨ ਲਿਖੇ ਹੁੰਦੇ ਨੇ ਉਹ ਬੜੇ ਕੀਮਤੀ ਬਚਨ ਹੁੰਦੇ ਨੇ। ਇਸ ਉੱਤੇ ਆਪਾਂ ਗੱਲ ਕੀਤੀ ਸੀ ਕੱਲ। ਅੱਜ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤਾਂ ਗੁਰਤਾ ਗੱਦੀ ਬਾਰੇ ਵਿਚਾਰ ਕਰਨੀ ਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਔਰ ਕੋਈ ਠੋਸ ਪ੍ਰਮਾਣ ਨਹੀਂ ਮਿਲਦਾ ਵੀ ਕਿਸ ਤਰ੍ਹਾਂ ਪ੍ਰਾਪਤ ਹੋਈ। ਵੱਖੋ ਵੱਖਰੇ ਇਤਿਹਾਸਕਾਰਾਂ ਨੇ ਵੱਖੋ ਵੱਖਰੇ ਤਰੀਕੇ ਦੇ ਨਾਲ ਬਿਆਨ ਕੀਤਾ ਹੈ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਕਸ਼ਮੀਰ ਦੇ ਪੰਡਤ ਆਉਂਦੇ ਨੇ ਮਹਾਰਾਜ ਦੇ ਕੋਲ ਤੇ ਬਾਂਹ ਹਮਾਰੀ ਪਕੜੀਏ ਗੁਰੂ ਹਰਗੋਬਿੰਦ ਕੇ ਨੰਦ। ਵਿਪਰ ਦੁਖੀਏ ਆਏ ਚੱਲ ਪੁਰੀ ਆਨੰਦ ਬਾਂਹ ਹਮਾਰੀ ਪਕੜੀਏ। ਤੇ ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਸ਼ਰਨ ਪਰਿਆਂ ਦੀ ਲਾਜ ਰੱਖਦੇ ਨੇ। ਕਿਸੇ ਨੇ ਕਿਹਾ ਨਾ ਕਿ ਜਿਹੜਾ ਸੂਰਮਾ ਹੁੰਦਾ ਹੈ ਪੱਗ ਸਨਮੁਖ ਸੂਰ ਕੋ। ਜਿਹੜਾ ਸੂਰਮਾ ਜਦੋਂ ਮੈਦਾਨੇ ਵਾਂਗ ਜੰਗ ਵੱਲ ਤੁਰਦਾ ਫਿਰ ਪਿੱਛੇ ਨਹੀਂ ਮੁੜਦਾ। ਪੱਗ ਸਨਮੁਖ ਸੂਰ ਕੋ ਬਚਨ ਕਰੇ ਤੇ ਸੰਤ। ਜਦੋਂ ਸੂਰਮਾ ਕੋਈ ਮੈਦਾਨੇ ਜੰਗ ਨੂੰ ਤੁਰ ਪੈਂਦਾ ਫਿਰ ਮੁੜਦਾ ਨਹੀਂ ਹੈ। ਤੇ ਜਦੋਂ ਕੋਈ ਮਹਾਂਪੁਰਖ ਬਚਨ ਕਰ ਦਿੰਦਾ ਫਿਰ ਆਪਣੇ ਬਚਨਾਂ ਨੂੰ ਨਿਭਾਉਂਦਾ ਹੈ। ਉਹ ਫਿਰ ਫਿਰਦਾ ਨਹੀਂਗਾ ਆਪਣੇ ਬਚਨਾਂ ਤੋਂ। ਬਚਨ ਕਰੇ ਤੇ ਸੰਤ ਨਿਖਸ ਨ ਪਾਸੇ ਹੋਤ ਹੈ ਜੋਗ ਜੰਦ ਕੋ ਦੰਤ। ਸੂਰਮਾ ਮੈਦਾਨੇ ਜੰਗ ਵੱਲ ਨੂੰ ਤੁਰ ਪਏ ਤੇ ਮੁੜਦਾ ਨਹੀਂ ਹੈ। ਮਹਾਂਪੁਰਖ ਸੰਤ ਬਚਨ ਕਰਦੇ ਨੇ ਤੇ ਬਚਨਾਂ ਤੇ ਪੂਰੇ ਰਹਿੰਦੇ ਨੇ। ਤੇ ਜਿੱਦਾਂ ਹਾਥੀ ਦੇ ਦੰਦ ਜਿਹੜੇ ਬਾਹਰ ਨਿਕਲੇ, ਜਿਹੜੇ ਬਾਹਰ ਦਿਖਾਈ ਦਿੰਦੇ ਨੇ, ਉਹ ਵਾਪਸ ਨਹੀਂ ਹੁੰਦੇ, ਮੁੜਦੇ ਨਹੀਂ ਪਿਛਾਂਹ ਨੂੰ। ਇਸੇ ਤਰ੍ਹਾਂ ਜਿਹੜਾ ਕੋਈ ਸ਼ਰਨ ਦੀ ਸ਼ੇਰ ਵਿੱਚ ਆਪਣਾ ਸ਼ੇਰ ਦੀ ਸ਼ਰਨ ਵਿੱਚ ਆ ਜਾਂਦਾ ਹੈ
ਤੇ ਸ਼ੇਰ ਫਿਰ ਉਸ ਦੀ ਲਾਜ ਰੱਖਦਾ ਹੈ, ਉਹਨੂੰ ਬਚਾ ਕੇ ਰੱਖਦਾ ਹੈ। ਇਸੇ ਤਰ੍ਹਾਂ ਕੋਈ ਜਦੋਂ ਕੋਈ ਮਹਾਂਪੁਰਖ ਗੁਰੂ ਪੀਰ ਦੀ ਸ਼ਰਨ ਧਾਰਨ ਕਰ ਲੈਂਦਾ ਹੈ, ਭਾਵੇਂ ਕੋਈ ਦੁਖੀਆ ਹੋਵੇ, ਭਾਵੇਂ ਕੋਈ ਦਲਿੱਦਰੀ ਹੋਵੇ, ਭਾਵੇਂ ਕਿਸੇ ਵੀ ਪਰੇਸ਼ਾਨੀ ਵਿੱਚ ਹੋਵੇ, ਅਗਰ ਉਹ ਮਹਾਂਪੁਰਖ ਦੀ ਸ਼ਰਨ ਵਿੱਚ ਆ ਜਾਏ ਤਾਂ ਫਿਰ ਮਹਾਂਪੁਰਖ ਉਹਨਾਂ ਦੀ ਲਾਜ ਰੱਖਦੇ ਨੇ। ਜਿਸ ਤਰ੍ਹਾਂ ਬਾਬਾ ਵੀਰ ਸਿੰਘ ਨਰੰਗਾਬਾਦੀ ਦੀ ਸ਼ਰਨ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਆ ਗਿਆ, ਆਖਿਆ ਬਾਬਾ ਜੀ ਮੇਰੀ ਸਹਾਇਤਾ ਕਰੋ, ਮੇਰੀ ਮਦਦ ਕਰੋ। ਤੇ ਮਹਾਰਾਜ ਨੇ ਆਖਿਆ ਗੁਰੂ ਨਾਨਕ ਦਾ ਘਰ ਹੈ ਭਾਈ, ਇੱਥੇ ਜਿਹੜਾ ਆ ਗਿਆ ਉਹ ਬਚ ਗਿਆ। ਭਾਵੇਂ ਬਾਬਾ ਵੀਰ ਸਿੰਘ ਨੂੰ ਸ਼ਹੀਦ ਹੋਣਾ ਪਿਆ, ਪਰ ਉਹਨਾਂ ਦੀ ਸ਼ਰਨ ਵਿੱਚ ਜਦੋਂ ਆ ਗਿਆ ਫਿਰ ਉਹਨਾਂ ਨੇ ਲਾਜ ਰੱਖੀ ਹੈ। ਇਸੇ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿਣਗੇ ਕੋਈ ਗੱਲ ਨਹੀਂ, ਅਸੀਂ ਹੁਣ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੇ ਧਰਮ ਨੂੰ ਬਚਾਉਣ ਵਾਸਤੇ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਸ਼ਮੀਰੀ ਪੰਡਤਾਂ ਨੂੰ ਧਰਵਾਸ ਦੇ ਕੇ ਤੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਗੱਲ ਕਰਨ ਵਾਸਤੇ, ਆਪਣੀ ਸ਼ਹੀਦੀ ਦੇਣ ਵਾਸਤੇ ਤੁਰ ਪੈਂਦੇ ਨੇ। ਦੋ ਰੂਟ ਨੇ ਮਹਾਰਾਜ ਦੇ, ਇੱਕ ਤੇ ਜਦੋਂ ਮੁਰਪਤ ਪੂਰਬ ਕੀਆ ਸਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਇੱਕ ਤੇ ਗੁਰੂ ਤੇਗ ਬਹਾਦਰ ਆਨੰਦਪੁਰ ਤੋਂ ਨਿਕਲਦੇ ਨੇ, ਪਟਿਆਲਾ, ਰੋਪੜ, ਪਟਿਆਲਾ, ਮਾਲਵਾ, ਬਠਿੰਡਾ, ਰਾਜਸਥਾਨ, ਆਗਰਾ, ਇਲਾਹਾਬਾਦ, ਬਨਾਰਸ, ਪਟਨਾ, ਬੰਗਾਲ, ਅਸਾਮ। ਇਹ ਰੂਟ ਆ ਮਹਾਰਾਜ ਦਾ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦਾਂ ਜੇ ਕਿਸੇ ਗੁਰੂ ਵਿਅਕਤੀ ਨੇ ਪ੍ਰਚਾਰ ਕੀਤਾ ਤੇ ਉਹ ਧੰਨ ਗੁਰੂ ਤੇਗ ਬਹਾਦਰ ਜੀ ਨੇ। ਬਹੁਤ ਵੱਡਾ ਪ੍ਰਚਾਰ ਧੰਨ ਗੁਰੂ ਤੇਗ ਬਹਾਦਰ ਨੇ ਕੀਤਾ। ਮੁਰਪਤ ਪੂਰਬ ਕੀਆ ਸਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਹਿੰਦੂ ਤੀਰਥਾਂ ਤੇ ਜਾ ਕੇ ਧੰਨ ਗੁਰੂ ਤੇਗ ਬਹਾਦਰ ਜੀ ਨੇ ਪ੍ਰਚਾਰ ਕੀਤਾ। ਉਹਨਾਂ ਨੂੰ ਦੱਸਿਆ ਵੀ ਤੀਰਥਾਂ ਤੇ ਕਿਵੇਂ ਨਹਾਈਦਾ ਹੈ। ਜਿੱਦਾਂ ਗੁਰੂ ਅਮਰਦਾਸ ਜੀ ਜਦੋਂ ਗੁਰਤਾ ਗੱਦੀ ਪ੍ਰਾਪਤ ਕਰ ਲੈਂਦੇ ਆ ਨਾ, ਤੇ ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਦਰਨ ਅਰਥਾ। ਨਹਾਉਣ ਨਹੀਂ ਜਾਂਦੇ ਮਹਾਂਪੁਰਖ ਤੀਰਥਾਂ ਦੇ, ਜਿਹੜੇ ਉੱਥੇ ਲੋਕ ਆਏ ਹੁੰਦੇ ਨੇ ਨਹਾਉਣ ਵਾਸਤੇ, ਉਹਨਾਂ ਨੂੰ ਸਮਝਾਉਣ ਜਾਂਦੇ ਨੇ ਮਹਾਂਪੁਰਖ। ਕਿਉਂਕਿ ਮਹਾਂਪੁਰਖ ਤੇ ਆਪ ਹੀ ਤੀਰਥ ਹੁੰਦੇ ਨੇ। 68 ਤੀਰਥ ਜੈ ਸਾਧ ਪੱਗ ਧਰੇ। ਜਿੱਥੇ ਕੋਈ ਮਹਾਂਪੁਰਖ ਬੈਠਾ ਵਾ ਨਾ, ਉੱਥੇ 68 ਤੀਰਥ ਨੇ। ਤੇ ਉਹਨਾਂ ਜਿਨ੍ਹਾਂ ਦੇ ਕੋਲ 68 ਤੀਰਥ ਨੇ, ਉਹ ਤੀਰਥਾਂ ਤੇ ਕਿਉਂ ਜਾਣਗੇ? ਮਹਾਰਾਜ ਬਚਨ ਕੀਤਾ ਇੱਕ ਬਾਣੀ ਦਾ, ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾ। ਕੋਈ ਤੀਰਥਾਂ ਤੇ ਜਾਂਦਾ, ਕੋਈ ਗੰਗਾ ਤੇ ਜਾਂਦਾ। ਗੰਗਾ ਗਿਆ ਗੋਦਾਵਰੀ, ਕੋਈ ਗੋਦਾਵਰੀ ਤੇ ਨਹਾਉਣ ਜਾਂਦਾ ਹੈ। ਜਿੱਦਾਂ ਹਜ਼ੂਰ ਸਾਹਿਬ ਅਰਦਾਸ ਕਰਦੇ ਨੇ ਕਿ ਸਿੱਖਾਂ ਕੋ ਗੋਦਾਵਰੀ ਕਾ ਇਸ਼ਨਾਨ ਹੋਵੇ। ਲਓ, ਇਹ ਪਤਾ ਨਹੀਂ ਕਿੱਥੋਂ ਉਹਨਾਂ ਨੇ ਅਰਦਾਸ ਲੱਭ ਲਈ ਆ कि सिखा को गंगा का इशनान, सिखा को गोदावरी का इशनान होवे। लो, दुनिया चंद्रमा तो तां नूं तुरन दई है ते ठा नूं जाण दे ने अरदास कर दे ने। तीर्थ सतगुर उद्यम किया सब लोक उदरन अर्था। महापुरख ਜਦੋਂ ਤੀਰਥਾਂ ਤੇ ਜਾਂਦੇ ਨੇ ਤੇ ਲੋਕਾਂ ਦੇ ਭਲੇ ਵਾਸਤੇ ਜਾਂਦੇ ਨੇ, ਲੋਕਾਂ ਨੂੰ ਅਸਲੀ ਇਸ਼ਨਾਨ ਦਾ ਗਿਆਨ ਦੇਣ ਵਾਸਤੇ ਜਾਂਦੇ ਨੇ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਫਿਰ ਬਹੁਤ ਵੱਡਾ ਪ੍ਰਚਾਰ ਕਰਨ ਵਾਸਤੇ ਨਿਕਲ ਜਾਂਦੇ ਨੇ। ਕਰੀਬ 10 ਸਾਲ ਲੱਗਦੇ ਨੇ, 10 ਸਾਲ ਤੋਂ ਵੱਧ ਦਾ ਸਮਾਂ ਜਿਹੜਾ ਕਹਿ ਲਓ। 64 ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਿਆਈ ਮਿਲਦੀ ਆ 1664 ਦੇ ਵਿੱਚ, ਤੇ 1675 ਦੇ ਵਿੱਚ ਮਹਾਰਾਜ ਸ਼ਹੀਦੀ ਪ੍ਰਾਪਤ ਕਰਦੇ ਨੇ।
ਇਹ ਜਿਹੜੇ ਸਮਾਂ 9-10 ਸਾਲ ਦਾ ਮਹਾਰਾਜ ਨੇ ਬਹੁਤ ਵੱਡਾ ਪ੍ਰਚਾਰ ਕੀਤਾ। ਮੈਂ ਕਹਿ ਰਿਹਾ ਸੀ ਇੱਕ ਮਾਰਗ ਵਾ ਸ਼ਹੀਦੀ ਮਾਰਗ ਤੇ ਇੱਕ ਧੰਨ ਗੁਰੂ ਤੇਗ ਬਹਾਦਰ ਦਾ ਪ੍ਰਚਾਰਕ ਮਾਰਗ ਵਾ। ਪ੍ਰਚਾਰਕ ਮਾਰਗ ਦੇ ਵਿੱਚ ਰੋਪੜ, ਪਟਿਆਲਾ, ਅੱਗੇ ਫਿਰ ਮਹਾਰਾਜ ਮਾਲਵੇ ਨੂੰ ਜਾਂਦੇ ਨੇ, ਮੂਲੋ ਪਿੰਡ ਜਾਂਦੇ ਨੇ, ਬਰਨਾਲਾ, ਬਠਿੰਡਾ, ਬਠਿੰਡੇ ਤੋਂ ਫਿਰ ਮਹਾਰਾਜ ਰਾਜਸਥਾਨ, ਰਾਜਸਥਾਨ ਤੋਂ ਆਗਰਾ, ਆਗਰਾ ਤੋਂ ਫਿਰ ਗਾਂਹ ਮਥੁਰਾ ਹੁੰਦਾ ਹੈ, ਆਗਰੇ ਤੋਂ ਗਾਂਹ ਫਿਰ ਇਲਾਹਾਬਾਦ, ਤਰਬੇਣੀ, ਤਰਬੇਣੀ ਤੋਂ ਗਾਂਹ ਬਾਹਰ ਫਿਰ ਮਹਾਰਾਜ ਬਨਾਰਸ, ਪਟਨਾ। ਇਹ ਮਾਰਗ ਹੈ। ਇਹ ਹੁਣ ਜਿਹੜਾ ਮਾਰਗ ਦੂਸਰਾ ਮਾਰਗ ਸ਼ਹੀਦੀ ਮਾਰਗ ਵਾ ਉਹ ਧੰਨ ਗੁਰੂ ਤੇਗ ਬਹਾਦਰ ਆਨੰਦ ਸਾਹਿਬ ਤੋਂ ਆਰੰਭ ਕਰਦੇ ਨੇ। ਤਾਂ ਉਹ ਜਿਹੜਾ ਮਾਰਗ ਵਾ ਨਾ ਇਹ ਪਟਿਆਲਾ, ਸਮਾਣਾ, ਕਰਹਾਲੀ, ਰੋਹਤਕ, ਜੀਂਦ ਥਾਣੀ, ਕੈਥਲ ਥਾਣੀ, ਇਹ ਮਾਰਗ ਥਾਣੀ ਹੁੰਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਪਹੁੰਚਦੇ ਨੇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਪਟਿਆਲੇ ਤੋਂ ਅੱਗੇ ਸਮਾਣਾ ਤੇ ਸਮਾਣੇ ਦੇ ਅੱਗੇ ਇੱਕ ਪਿੰਡ ਆ ਕਰਹਾਲੀ, ਕਰਹਾਲੀ ਪਹੁੰਚਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਬੈਠੇ ਹੋਏ ਨੇ ਪਿੰਡੋਂ ਬਾਹਰ। ਉੱਥੇ ਮਾਈ ਕੋਈ ਖਿਚੜੀ ਲੈ ਕੇ ਆਈ। ਆ ਪਿੱਛੇ ਜੇ ਨਹੀਂ ਇੱਕ ਕਾਂਡ ਹੋਇਆ ਸੀ ਕਿ ਇੱਕ ਨਿਹੰਗ ਸਿੰਘ ਨੇ ਪੁਲਿਸ ਵਾਲੇ ਦਾ ਹੱਥ ਵੱਢ ਦਿੱਤਾ ਸੀ, ਗੁੱਟ ਵੱਢ ਦਿੱਤਾ ਸੀ। ਤੇ ਉਹ ਜਿਹੜਾ ਨਿਹੰਗ ਸਿੰਘ ਸੀ ਉਹ ਗੁਰਦੁਆਰਾ ਖਿਚੜੀ ਸਾਹਿਬ ਦਾ ਗ੍ਰੰਥੀ ਸੀ, ਉਹ ਉੱਥੇ ਰਹਿੰਦਾ ਸੀ। ਇਹ ਪਿੰਡ ਕਰਹਾਲੀ ਆ, ਪਟਿਆਲੇ ਤੋਂ ਅੱਗੇ 18 ਕਿਲੋਮੀਟਰ ਅੱਗੇ ਪਿੰਡ ਆ ਕਰਹਾਲੀ। ਉਸ ਜਗ੍ਹਾ ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪਿੰਡ ਵਿੱਚ ਜਾਂਦੇ ਨੇ ਤੇ ਮਹਾਰਾਜ ਉੱਥੋਂ ਗਾਂਹ ਤੁਰਦੇ ਆ ਨਾ ਤੇ ਪਿੱਛੇ ਇੱਕ ਮਾਈ ਖਿਚੜੀ ਬਣਾ ਕੇ ਲੈ ਆਈ। ਉਹ ਗੁਰਦੁਆਰਾ ਦਾ ਨਾਂ ਖਿਚੜੀ ਸਾਹਿਬ ਆ। ਉਹ ਮਾਈ ਖਿਚੜੀ ਬਣਾ ਕੇ ਲੈ ਕੇ ਆਈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਛਕੀ, ਖਿਚੜੀ ਖਾਧੀ ਤੇ ਉਸ ਜਗ੍ਹਾ ਨੂੰ ਵਰ ਦੇ ਦਿੱਤਾ ਵੀ ਜਿਹੜਾ ਇੱਥੇ ਆਣ ਕੇ ਖਿਚੜੀ ਬਣਾ ਕੇ ਖਾਏਗਾ, ਜਿੱਦਾਂ ਕਬੀਰ ਖੂਬ ਖਾਣਾ ਖਿਚੜੀ। ਇਹ ਖਿਚੜੀ ਦਾ ਜ਼ਿਕਰ ਮਹਾਰਾਜ ਨੇ ਬਾਣੀ 'ਚ ਵੀ ਕੀਤਾ। ਕਬੀਰ ਖੂਬ ਖਾਣਾ ਖਿਚੜੀ, ਜਾਮੇ ਅੰਮ੍ਰਿਤ ਲੋਣ, ਹੀਰਾ ਰੋਟੀ ਕਾਰਨੇ ਗਲਾ ਘਟਾਵੇ ਕੌਣ। ਇਹ ਲੋਕ ਕਹਿੰਦੇ ਨੇ ਕਿ ਗੁਰਬਾਣੀ ਨੇ ਕਿਹਾ ਨਹੀਂ ਕਿ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਸਪਸ਼ਟ ਤਾਂ ਲਿਖਿਆ ਹੋਇਆ ਭਾਈ, ਹੋਰ ਕਿੱਦਾਂ ਮਹਾਰਾਜ ਲਿਖਣ ਸਾਨੂੰ। ਕਬੀਰ ਜੋ ਮਾਰੇ ਜ਼ੋਰ ਕਰ ਕਰਦੇ ਹੈ ਜੋ ਹਲਾਲ। ਤੁਸੀਂ ਕਹਿੰਦੇ ਹੋ ਕਿ ਸਾਰਾ ਅਸੀਂ ਹਲਾਲ ਕਰਦੇ ਹਾਂ, ਅਸੀਂ ਚੰਡੀ ਦੀ ਵਾਰ ਪੜ੍ਹਦੇ ਹਾਂ ਤਾਂ ਬੱਕਰਾ ਸਿਰ ਦਿੰਦਾ ਹੈ, ਤੇ ਦਫ਼ਤਰ ਲੇਖਾ ਮੰਗੀਏ ਤਬ ਹੋਏਗਾ ਕੌਣ ਹਵਾਲ। ਉੱਥੇ ਦਫ਼ਤਰ ਦੇ ਵਿੱਚ ਲੇਖਾ ਮੰਗਿਆ ਜਾਣਾ ਵੀ ਉੱਥੇ ਜਦੋਂ ਲੇਖਾ ਦੇਣਾ ਪੈਣਾ ਪਤਾ ਤੇ ਫਿਰ ਉਦੋਂ ਹੀ ਲੱਗਣਾ ਕਿ ਬੱਕਰਾ ਕਿਹੜਾ ਸੀਸ ਦਿੰਦਾ ਸੀ। ਕਬੀਰ ਖੂਬ ਖਾਣਾ ਖਿਚੜੀ। ਕਬੀਰ ਸਾਹਿਬ ਕਹਿੰਦੇ ਅਸੀਂ ਤਾਂ ਭਾਈ ਖਿਚੜੀ ਖਾਂਦੇ ਆ ਤੇ ਗਵਾਂਢ ਸਾਡੇ ਬੈਠੇ ਜਿਹੜੇ ਲੋਕ ਨੇ ਉਹ ਮੱਛੀਆਂ ਫੜ ਲਿਆਉਂਦੇ ਨੇ, ਸ਼ਿਕਾਰ ਕਰ ਲਿਆਉਂਦੇ ਨੇ ਤੇ ਮਾਸ ਖਾਂਦੇ ਨੇ। ਤੇ ਕਬੀਰ ਨੂੰ ਵੀ ਕਹਿਣ ਲੱਗੇ ਵੀ ਤੁਸੀਂ ਐਵੇਂ ਖਿਚੜੀ ਖਾਈ ਜਾਂਦੇ ਹੋ, ਵਾਈ ਹੋ ਜਾਣੀ ਆ। ਆਵੇ ਕਿੰਨੀਆਂ ਇੱਥੇ ਮੱਛੀਆਂ ਨੇ ਸਾਡੇ ਛੱਪੜ ਦੇ ਵਿੱਚ, ਉਹਨੂੰ ਪੋਖਰ ਕਹਿੰਦੇ ਨੇ, ਪੋਖਰ ਢੂੰਡ ਤੇ ਉਹ ਛੱਪੜ ਨੂੰ ਪੋਖਰ ਕਹਿੰਦੇ ਨੇ। ਕਬੀਰ ਸਾਹਿਬ ਉਹ ਕਹਿਣ ਲੱਗੇ ਵੀ ਤੁਸੀਂ ਐਵੇਂ ਖਿਚੜੀ ਖਾਈ ਜਾਂਦੇ ਹੋ, ਮੱਛੀਆਂ ਖਾਇਆ ਕਰੋ। ਆ ਕਿੰਨੇ ਬਟੇਰੇ ਨੇ, ਕਬੂਤਰ ਨੇ, ਮਾਰ ਕੇ ਖਾਇਆ ਕਰੋ। ਕਬੀਰ ਸਾਹਿਬ ਕਹਿੰਦੇ ਨਾ ਭਾਈ ਅਸੀਂ ਤੇ ਖਿਚੜੀ ਖਾਂਦੇ ਆ। ਕਬੀਰ ਖੂਬ ਖਾਣਾ ਖਿਚੜੀ, ਜਾਮੇ ਅੰਮ੍ਰਿਤ ਲੋਣਾ। ਕਿਉਂਕਿ ਉਹ ਖਿਚੜੀ ਵਿੱਚ ਲੂਣ ਪਾਇਆ ਜਾਂਦਾ ਤੇ ਲੂਣ ਨੂੰ ਅੰਮ੍ਰਿਤ ਕਹਿੰਦੇ ਨੇ।
ਤੇ ਹੀਰਾ ਰੋਟੀ ਕਾਰਣੈ। ਹੀਰਾ ਕਹਿੰਦੇ ਨੇ ਸ਼ਿਕਾਰ ਕਰਨਾ, ਕਿਸੇ ਜੀਵ ਜੰਤੂ ਨੂੰ ਮਾਰਨਾ, ਹੱਤਿਆ ਕਰਨੀ। ਹੀਰਾ ਰੋਟੀ ਕਾਰਣੈ ਗਲਾ ਕਟਾਵੇ ਕੌਣ। ਇੱਕ ਰੋਟੀ ਖਾਣੀ ਹੁੰਦੀ ਆ ਤੇ ਰੋਟੀ ਵਾਸਤੇ ਇੱਕ ਜੀਵ ਨੂੰ ਮਾਰ ਦੇਣਾ, ਇਹ ਕਿੱਧਰ ਦਾ ਧਰਮ ਹੈ। ਜਿਸ ਤਰ੍ਹਾਂ ਕਬੀਰ ਸਾਹਿਬ ਨੇ ਨਹੀਂ ਕਿਹਾ, ਕਬੀਰ ਜੀ ਵੱਧੋ, ਤੁਸੀਂ ਜੀਵਾਂ ਨੂੰ ਵੱਢਦੇ ਹੋ। ਧਰਮ ਦੇ ਨਾਂ ਤੇ ਤੁਸੀਂ ਕੋਈ ਪਾਪ ਤੇ ਪਖੰਡ ਪੈ ਕਰਦੇ ਹੋ, ਕੋਈ ਬੱਕਰਾ ਆਪੇ ਸਿਰ ਦੇ ਦਿੰਦਾ ਜੀ। ਜੀ ਵੱਧੋ ਸੋ ਧਰਮ ਕਰ ਥਾਪੋ, ਤੇ ਫੇਰ ਵੀ ਤੁਸੀਂ ਧਰਮੀ ਹੋ। ਤੇ ਕਾਕੋ ਕਹੋ ਕਸਾਈ, ਜੇ ਜੀ ਵੱਢਣ ਵਾਲਾ ਹੀ ਧਰਮੀ ਹੋ ਗਿਆ ਤੇ ਫਿਰ ਕਸਾਈ ਤੇ ਬਹੁਤ ਵੱਡਾ ਧਰਮੀ ਆ। ਕਿਉਂਕਿ ਸੂਰਜ ਚੜ੍ਹਦੇ ਸਾਰ ਹੀ ਜੀ ਵੱਢਣੇ ਸ਼ੁਰੂ ਕਰ ਦਿੰਦਾ ਕਸਾਈ। ਤੇ ਜੇ ਜੀ ਵੱਢਣ ਵਾਲਾ ਧਰਮੀ ਹੈ ਤੇ ਕਸਾਈ ਤੇ ਬਹੁਤ ਵੱਡਾ ਧਰਮੀ ਹੈ। ਇੱਥੇ ਗੁਰੂ ਤੇਗ ਬਹਾਦਰ ਕਰਹਾਲੀ ਪਿੰਡ ਦੇ ਵਿੱਚ ਗਏ ਨੇ ਤੇ ਉੱਥੇ ਇੱਕ ਮਾਈ ਨੇ ਖਿਚੜੀ ਲਿਆਣ ਕੇ ਦਿੱਤੀ ਮਾਂ ਨੂੰ ਛਕਣ ਵਾਸਤੇ, ਕਿਉਂਕਿ ਪੁਰਾਣੀਆਂ ਖੁਰਾਕਾਂ ਇਦਾਂ ਦੀਆਂ ਹੁੰਦੀਆਂ ਸੀ, ਦਹੀਂ, ਦੁੱਧ, ਸ਼ੱਕਰ। ਹਾਂਜੀ, ਜਿੱਦਾਂ ਇੱਥੇ ਮੱਖਣ ਮਿੰਡੀ ਮਹਾਰਾਜ ਨੂੰ ਮੱਖਣ ਲਿਆਣ ਕੇ ਦਿੱਤਾ ਤੇ ਮਹਾਰਾਜ ਨੇ ਮੱਖਣ ਛਕਿਆ ਤੇ ਉਹ ਪਿੰਡ ਦਾ ਨਾਂ ਪੈ ਗਿਆ ਮੱਖਣ ਮਿੰਡੀ। ਇੱਥੇ ਮਹਾਰਾਜ ਨੂੰ ਮੱਖਣੀ ਲਿਆਣ ਕੇ ਕਿਸੇ ਨੇ ਦਿੱਤੀ ਤੇ ਉਹਦਾ ਨਾਂ ਪੈ ਗਿਆ, ਇੱਥੇ ਲਿਆਣ ਕੇ ਮਹਾਰਾਜ ਨੇ ਖਿਚੜੀ ਖਵਾਈ ਤੇ ਗੁਰਦੁਆਰਾ ਸਾਹਿਬ ਪੈ ਗਿਆ ਖਿਚੜੀ ਸਾਹਿਬ। ਉਹ ਜਦੋਂ ਕਾਂਡ ਹੋਇਆ ਤੇ ਮੈਂ ਕਿਹਾ ਜਿਹੜਾ ਖਿਚੜੀ ਸਾਹਿਬ ਕਹਿੰਦੇ ਉਹਦਾ ਇਤਿਹਾਸੀ ਸਥਾਨ ਵਾ ਕੋਈ। ਹੁਣ ਪਤਾ ਲੱਗਾ ਵੀ ਉਸ ਜਗ੍ਹਾ ਤੇ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਕਿਸੇ ਮਾਈ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ, ਜਦੋਂ ਦਿੱਲੀ ਨੂੰ ਤੁਰੇ ਜਾ ਰਹੇ ਨੇ ਪਟਿਆਲੇ ਤੋਂ 18 ਕਿਲੋਮੀਟਰ ਅੱਗੇ, ਮੈਂ ਕਿਹਾ 2 ਰੂਟ ਵਾ, ਇੱਕ ਤੇ ਪ੍ਰਚਾਰਕ ਦਾ ਉਹਨਾਂ ਦਾ ਰੂਟ ਵਾ ਤੇ ਇੱਕ ਸ਼ਹੀਦੀ ਮਾਰਗ ਵਾ। ਜਿੱਦਾਂ ਇੱਕ ਗੋਬਿੰਦ ਮਾਰਗ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਤੇ ਧੰਨ ਗੁਰੂ ਤੇਗ ਬਹਾਦਰ ਦਾ ਜਿਹੜਾ ਪ੍ਰਚਾਰਕ ਮਾਰਗ ਵਾ ਉਹ ਪਟਿਆਲਾ, ਮਾਲਵਾ, ਬਠਿੰਡਾ, ਰਾਜਸਥਾਨ, ਆਗਰਾ, ਇਲਾਹਾਬਾਦ, ਬਨਾਰਸ, ਪਟਨਾ, ਬੰਗਾਲ, ਅਸਾਮ। ਇਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਦਾ ਪ੍ਰਚਾਰਕ ਮਾਰਗ ਵਾ, ਇਹ ਸ਼ਹੀਦੀ ਮਾਰਗ ਨਹੀਂ ਹੈ। ਜਿਹੜਾ ਸ਼ਹੀਦੀ ਮਾਰਗ ਆ ਉਹ ਹੈ ਪਟਿਆਲਾ, ਸਮਾਣਾ, ਰੋਹਤਕ, ਬਹਾਦਰਗੜ੍ਹ ਤੇ ਦਿੱਲੀ। ਇਹ ਰਸਤੇ ਥਾਈਂ ਧੰਨ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦੇਣ ਗਏ ਨੇ। ਕਈ ਕਹਿੰਦੇ ਨੇ ਧੰਨ ਗੁਰੂ ਤੇਗ ਬਹਾਦਰ ਆਗਰੇ ਤੋਂ ਗ੍ਰਿਫਤਾਰ ਕੀਤਾ ਗਿਆ। ਹੁਣ ਪਟਿਆਲੇ ਤੋਂ ਦਿੱਲੀ ਜਾਣਾ ਤੇ ਆਗਰਾ ਤੇ ਉਹਦੇ ਵਿੱਚ ਆਉਂਦਾ ਹੀ ਨਹੀਂ ਗਾ, ਪਰ ਕਵੀ ਸੰਤੋਖ ਸਿੰਘ ਨੇ ਬੜੀ ਲੰਮੀ ਚੌੜੀ ਕਹਾਣੀ ਲਿਖ ਦਿੱਤੀ ਹੈ ਕਿ ਧੰਨ ਗੁਰੂ ਤੇਗ ਬਹਾਦਰ ਨੂੰ ਆਗਰੇ ਤੋਂ ਗ੍ਰਿਫਤਾਰ ਕੀਤਾ ਗਿਆ। ਨਹੀਂ, ਧੰਨ ਗੁਰੂ ਤੇਗ ਬਹਾਦਰ ਆਪ ਹੀ ਗ੍ਰਿਫਤਾਰੀ ਦੇਣ ਜਾ ਰਹੇ ਨੇ ਤੇ ਆਗਰੇ ਉਹ ਗਏ ਹੀ ਨਹੀਂ। ਆਗਰੇ ਪਹਿਲਾਂ ਗਏ ਸਨ, ਜਦੋਂ ਉਹ ਪ੍ਰਚਾਰ ਕਰਨ ਗਏ ਸਨ। ਰਾਜਸਥਾਨ ਤੋਂ ਆਗਰਾ, ਆਗਰੇ ਤੋਂ ਸਿੱਧਾ ਇਲਾਹਾਬਾਦ, ਪਟਨਾ, ਬਿਹਾਰ। ਇੱਥੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਮਾਈ ਨੇ ਖਿਚੜੀ ਅਰਪਣ ਕੀਤੀ। ਮਹਾਰਾਜ ਖਿਚੜੀ ਖਾਧੀ ਤੇ ਮਹਾਰਾਜ ਨੇ ਵਰ ਦਿੱਤਾ ਵੀ ਜਿਹੜਾ ਬੰਦਾ ਇੱਥੇ ਖਿਚੜੀ ਬਣਾ ਕੇ ਛਕੂਗਾ, ਖਾਊਗਾ, ਸੰਗਤਾਂ ਨੂੰ ਛਕਾਊਗਾ ਨਾਲ, ਉਹਦਾ ਬੁਖਾਰ ਲੱਥ ਜਾਊਗਾ। ਅੱਜ ਹੀ ਉੱਥੇ ਸ਼ਰਧਾ ਭਾਵਨਾ ਵਾਲੇ ਉੱਥੇ ਬੈਠ ਕੇ ਖਿਚੜੀ ਬਣਾਉਂਦੇ ਨੇ ਤੇ ਛਕਦੇ ਨੇ। ਇਸ ਤਰ੍ਹਾਂ ਧੰਨ ਗੁਰੂ, ਅੱਜ ਸਾਡਾ ਜਿਹੜਾ ਮਤਲਬ ਸੀ ਵੀ ਅੱਜ ਜਿਸ ਟੌਪਿਕ ਤੇ ਅਸੀਂ ਗੱਲ ਕਰਨੀ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਦਾ ਗੁਰਤਾ ਗੱਦੀ ਦਿਵਸ। ਤੇ ਮੈਂ ਫੇਰ ਕਹਿ ਦਿਆਂ ਕਿ ਇਹ ਜਿਹੜਾ ਗੁਰਤਾ ਗੱਦੀ ਦਿਵਸ ਵਾ, ਇਹ ਵੀ ਕੋਈ ਕਲੀਅਰ ਨਹੀਂ ਕੀਤਾ ਗਿਆ ਕਿ ਕੌਣ ਗੁਰਤਾ ਗੱਦੀ ਲੈ ਕੇ ਆਇਆ, ਕਿਸ ਤਰ੍ਹਾਂ ਗੁਰਤਾ ਗੱਦੀ ਦਿੱਤੀ ਗਈ, ਇਹ ਕੋਈ ਕਲੀਅਰ ਨਹੀਂ ਹੈ। ਫੇਰ ਵੀ ਚਲੋ ਜੋ ਇਤਿਹਾਸਕ ਤੱਥ ਸਾਨੂੰ ਮਿਲਦੇ ਨੇ ਉਹਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਧੰਨ ਗੁਰੂ ਤੇਗ ਬਹਾਦਰ ਜੀ ਜਦੋਂ ਦਿੱਲੀ ਜਾਂਦੇ ਨੇ ਨਾ ਤੇ ਬਾਦਸ਼ਾਹ ਦੇ ਨਾਲ ਗੁਫ਼ਤਗੂ ਹੁੰਦੀ ਹੈ ਤੇ ਬਾਦਸ਼ਾਹ ਸ਼ਰਤਾਂ ਰੱਖਦਾ ਹੈ ਤੇ ਧੰਨ ਗੁਰੂ ਤੇਗ ਬਹਾਦਰ ਕਹਿੰਦੇ ਨਹੀਂ, ਅਸੀਂ ਦੀਨ ਨਹੀਂ ਕਬੂਲਣਾ,
ਹਾਂਜੀ। ਤੇ ਉਹ ਫਿਰ ਉਸ ਤੋਂ ਬਾਅਦ ਜਦੋਂ ਪਤਾ ਲੱਗ ਗਿਆ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਵੀ ਇਹ ਹੁਣ ਇਹਨੇ ਹੁਜਤ ਕਰਨੀ ਕਰਨੀ ਆ ਤੇ ਸਾਡਾ ਸੀਸ ਲੱਗਣਾ ਹੀ ਲੱਗਣਾ ਹੈ। ਉਸ ਸਮੇਂ ਨੂੰ ਵਿਚਾਰਦਿਆਂ ਫਿਰ ਧੰਨ ਗੁਰੂ ਤੇਗ ਬਹਾਦਰ ਦੇ ਨਾਲ 5 ਸਿੱਖ ਸਨ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਿਆ ਜੀ ਤੇ ਚੌਥਾ ਭਾਈ ਉਦਾ ਜੀ ਤੇ ਪੰਜਵਾਂ ਭਾਈ ਗੁਰਦਿੱਤਾ ਜੀ ਤੇ ਕੋਈ ਭਾਈ ਗੁਰਦਿੱਤੇ ਦੀ ਥਾਂ ਤੇ ਭਾਈ ਚੀਮਾ ਜੀ ਲਿਖਦੇ ਨੇ। ਵੱਖੋ ਵੱਖਰੇ ਵਿਚਾਰ ਨੇ। ਹੁਣ 3 ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਨਾਲ ਸ਼ਹੀਦ ਹੋ ਜਾਂਦੇ ਨੇ, ਭਾਈ ਮਤੀ ਦਾਸ, ਸਤੀ ਦਾਸ, ਦਿਆਲਾ ਜੀ ਤੇ ਚੌਥਾ ਸਿੱਖ ਆ ਭਾਈ ਗੁਰਦਿੱਤਾ। ਇਹ ਬਾਬੇ ਬੁੱਢੇ ਦੀ ਅੰਸ ਬੰਸ ਵਿੱਚੋਂ ਆ। ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਕੈਦ ਨੇ, ਕੋਤਵਾਲੀ ਥਾਣੇ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਕੈਦ ਨੇ। ਮੈਂ ਤਾਂ ਕਹਿੰਦਾ ਵੇਖੋ ਕਿਸ ਤਰ੍ਹਾਂ ਦਾ ਸਮਾਂ ਧਰਤੀ ਉੱਤੇ ਕਿ ਜਿਹੜੇ ਨਿਰਵੈਰ ਪੁਰਖ ਹੁੰਦੇ ਨੇ, ਏਡੇ ਏਡੇ ਮਹਾਂਪੁਰਖ ਹੁੰਦੇ ਨੇ, ਲੋਕੀ ਉਹਨਾਂ ਨੂੰ ਵੀ ਕੈਦ ਕਰ ਲੈਂਦੇ ਨੇ। ਪਤਾ ਨਹੀਂ ਇਸ ਤਰ੍ਹਾਂ ਕਿਉਂ ਹੁੰਦਾ ਧਰਤੀ ਉੱਤੇ। ਤੇ ਮਹਾਰਾਜ ਨੇ ਬਾਣੀ 'ਚ ਵੀ ਕਿਹਾ ਵੀ ਆਪੇ ਦੈਂਤ ਲਾਏ ਦਿੱਤੇ ਸੰਤ ਜਨਾਂ ਕੋ, ਆਪੇ ਰਾਖਾ ਸੋਈ। ਆਪੇ ਪਰਮੇਸ਼ਰ ਦੈਂਤ ਪੈਦਾ ਕਰ ਦਿੰਦਾ ਤੇ ਸੰਤਾਂ ਦੇ ਨਾਲ ਉਹਨਾਂ ਨੂੰ ਝਗੜਨ ਵਾਸਤੇ ਲਾ ਦਿੰਦਾ ਤੇ ਆਪੇ ਸੰਤਾਂ ਦਾ ਸਹਾਈ ਹੋ ਜਾਂਦਾ ਹੈ, ਰਾਖਿਆ ਹੋ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਜੀ ਕੈਦ ਨੇ ਤੇ ਕਿਸੇ ਸਿੱਖ ਦੇ ਘਰੋਂ ਮਹਾਰਾਜ ਦੇ ਵਾਸਤੇ ਰੋਟੀ ਪਾਣੀ ਆਉਂਦਾ ਹੈ। ਮਹਾਰਾਜ ਛਕਦੇ ਆ ਤੇ ਇੱਕ ਦਿਨ ਉਹ ਸਿੱਖ ਨੂੰ ਕਹਿੰਦੇ ਨੇ ਕਿ ਇਹ ਇੱਕ ਨਾਰੀਅਲ ਲੈ ਕੇ ਆਉਣਾ ਤੇ 5 ਪੈਸੇ ਲਿਆਉਣੇ ਸਨ। ਇੱਕ ਨਾਰੀਅਲ, ਇਹ ਪਤਾ ਨਹੀਂ ਹੁਣ ਜੋ ਲਿਖਿਆ ਮੈਨੂੰ ਪਤਾ ਨਹੀਂ ਹੁਣ ਇਸ ਤਰ੍ਹਾਂ ਦੀ ਪਰੰਪਰਾ ਹੁੰਦੀਆਂ ਸੀ ਕਿ ਨਹੀਂ ਹੁੰਦੀਆਂ। ਮਹਾਰਾਜ ਨੇ ਇੱਕ ਨਾਰੀਅਲ ਤੇ ਇੱਕ 5 ਪੈਸੇ ਮੰਗਾਏ ਤੇ ਅੱਜ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਲੈ ਸ਼੍ਰੀ ਗੁਰੂ ਤੇਗ ਬਹਾਦਰ ਕਰਮੇ ਉਹ ਨਾਰੀਅਲ ਤੇ ਉਹ 5 ਪੈਸੇ ਧੰਨ ਗੁਰੂ ਤੇਗ ਬਹਾਦਰ ਨੇ ਹੱਥ ਵਿੱਚ ਫੜੇ ਹੋਏ ਨੇ ਤੇ ਕੈਦ ਵਿੱਚ ਨੇ। ਲੈ ਕਰ ਸ੍ਰੀ ਗੁਰੂ ਤੇਗ ਬਹਾਦਰ ਕਰਮੇ ਤੇ ਕੀ ਕੀਤਾ ਫਿਰ? ਉਹ ਨਾਰੀਅਲ ਤੇ ਪੈਸੇ ਲਿਖੇ ਹੱਥ ਵਿੱਚ ਮਾਰਨ ਕੀ ਕੀਤਾ? ਧਰਿਓ ਧਿਆਨ ਨੰਦਨ ਕੋ ਉਰਮੇ, ਧਰਿਓ ਧਿਆਨ ਨੰਦਨ ਕੋ ਉਰਮੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਫਿਰ ਗੁਰੂ ਤੇਗ ਬਹਾਦਰ ਨੇ ਪੈਸੇ ਤੇ ਨਾਰੀਅਲ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਦਾ ਧਿਆਨ ਧਰਿਆ। ਜਦੋਂ 8ਵੇਂ ਪਾਤਸ਼ਾਹ ਗੁਰਤਾ ਗੱਦੀ ਦੇਣ ਲੱਗੇ ਨਾ ਤੇ ਉਦੋਂ ਬਾਬੇ ਦਿੱਲੀ ਤੋਂ ਧਿਆਨ ਬਾਬੇ ਬਕਾਲੇ ਦਾ ਧਰਿਆ ਗਿਆ ਤੇ ਅੱਜ ਧੰਨ ਗੁਰੂ ਤੇਗ ਬਹਾਦਰ ਫਿਰ ਦਿੱਲੀ ਤੋਂ ਧਿਆਨ ਆਨੰਦਪੁਰ ਦਾ ਧਰਦੇ ਨੇ। ਲੈ ਕਰ ਸ੍ਰੀ ਗੁਰੂ ਤੇਗ ਬਹਾਦਰ ਕਰਮੇ, ਧਰਿਓ ਧਿਆਨ ਨੰਦਨ ਕੋ ਉਰਮੇ। ਉਰ ਕਹਿੰਦੇ ਨੇ ਹਿਰਦੇ ਨੂੰ। ਆਪਣੇ ਹਿਰਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧਿਆਨ ਧਰਿਆ। ਕਿਉਂਕਿ ਜਿਹੜੇ ਮਹਾਂਪੁਰਖ ਹੁੰਦੇ ਨੇ ਇਹ ਬੜੀ ਦੂਰ ਦ੍ਰਿਸ਼ਟੀ ਵਾਲੇ ਹੁੰਦੇ ਨੇ। ਇਹ ਬੜੀ ਦੂਰੋਂ ਜੋ ਕੁਝ ਕਰਨਾ, ਜੇ ਧੰਨ ਗੁਰੂ ਤੇਗ ਬਹਾਦਰ ਬਾਬੇ ਬਕਾਲੇ ਬੈਠੇ ਮੱਖਣ ਸ਼ਾਹ ਦਾ ਬੇੜਾ ਪਾਰ ਕਰ ਸਕਦੇ ਨੇ ਤੇ ਤਾਂ ਕੀ ਧੰਨ ਗੁਰੂ ਤੇਗ ਬਹਾਦਰ ਜੇਲ੍ਹ ਵਿੱਚ ਬੈਠੇ ਹੋਏ ਆਪਣੇ ਸਪੂਤ ਗੁਰੂ ਗੋਬਿੰਦ ਸਿੰਘ ਨੂੰ ਗੁਰਤਾ ਗੱਦੀ ਨਹੀਂ ਬਖਸ਼ ਸਕਦੇ, ਦੇ ਸਕਦੇ? ਕਿਉਂਕਿ ਮਹਾਂਪੁਰਖਾਂ ਦਾ ਜਿਹੜੀ ਅਵਸਥਾ ਹੁੰਦੀ ਉਹ ਵਿੱਚ ਸਪੇਸ ਨਹੀਂ ਹੁੰਦਾ, ਜਗ੍ਹਾ ਨਹੀਂ ਹੁੰਦੀ। तो महाराज श्री गुरु तेग बहादुर लैकर कर में कर कहते ने हथ नूं तरियो ध्यान नंदन को उर्मे। ते गुरु तेग बहादुर इस तरह चौंकड़े च बह गए ने, हथ विच नारियल फड़िया होया है, 5 पैसे फड़े हुए ने। ते फिर की कीता? बंधन कीन सु अपर अगारी, बंधन कीन सु अपर अगारी।
ਫਿਰ ਉਹ ਪੈਸੇ ਤੇ ਨਾਰੀਅਲ ਲੈ ਕੇ ਧੰਨ ਗੁਰੂ ਤੇਗ ਬਹਾਦਰ ਨੇ ਆਪਣੇ ਅੱਗੇ ਰੱਖੇ ਨੇ। ਲੈ ਕਰ ਬੰਧਨ ਕੀਨ ਸੋ ਅਪਰ ਅਗਾਰੀ, ਉਹ ਅੱਗੇ ਰੱਖ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਉਹ ਮੱਥਾ ਟੇਕ ਦਿੱਤਾ। ਕਿਉਂਕਿ ਪਰੰਪਰਾ ਹੈ ਸਾਡੇ ਘਰ ਦੀ ਕਿ ਜਦੋਂ ਗੁਰਤਾ ਗੱਦੀ ਦੇਣੀ ਆ ਨਾ, ਉਦੋਂ ਮੱਥਾ ਟੇਕਣਾ ਵਾ। ਪਹਿਲਾਂ ਮੱਥਾ ਟੇਕਣਾ ਵਾ ਤੇ ਫਿਰ ਟਿੱਕਾ ਲਾਉਣਾ ਵਾ। ਜਿੱਦਾਂ ਕਰਤਾਰਪੁਰ ਸਾਹਿਬ ਨਹੀਂ, ਜਾਂ ਸਦੋਸ਼ ਤਾਂ ਲੈਣਾ ਟਿੱਕਿਓ, ਹੋਰਿਓ ਗੰਗ ਵਿਹਾਈਆਂ ਦੁਨਿਆਈ ਆਖੇ ਕੇ ਕਿਉ ਨਾਨਕ ਈਸਰ ਜਗਨਾਥ ਉੱਚੇ ਦੀ ਵਹਿਣ ਵਿਰ ਕਿਉ। ਇੱਕ ਹੋਰ ਗੱਲ ਹੈ, ਲੈਣੇ ਦੀ ਪਰਖ ਹੋਈ ਹੈ ਕਿਉਂਕਿ ਲੈਣਾ ਸੇਵਕ ਹੈ। ਗੁਰੂ ਅਮਰਦਾਸ ਨੂੰ 12 ਸਾਲ ਗਾਗਰ ਢੋਣੀ ਪਈ ਹੈ ਕਿਉਂਕਿ ਸੇਵਕ ਹੈ। ਭਾਈ ਜੇਠਾ ਜੀ ਦੀ ਪਰਖ ਹੋਈ ਹੈ ਤਾਂ ਸੋਢੀ ਪਾਤਸ਼ਾਹ ਬਣੇ ਨੇ, ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਕੋਈ ਪਰਖ ਨਹੀਂ ਹੋਈ। ਕਿਉਂ? ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਜੰਮਦਿਆਂ ਹੀ ਬ੍ਰਹਮ ਨਾਲ ਜੁੜੇ ਹੋਏ ਸੀ ਤੇ ਪਰਖਾਂ ਤੇ ਸੇਵਕਾਂ ਦੇ ਹੁੰਦੀਆਂ ਨੇ, ਬ੍ਰਹਮ ਦੀਆਂ ਥੋੜਾ ਹੁੰਦੀਆਂ ਨੇ। ਗੁਰੂ ਅੰਗਦ ਸਾਹਿਬ ਦੀ ਪਰਖ ਹੋਈ ਹੈ, ਜਾਂ ਸਦੋਸ਼ ਤਾਂ ਲੈਣਾ ਟਿਕਿਓ। ਜਦੋਂ ਸਦਾਈ ਕੀਤੀ ਗਈ, ਲੈਣਾ ਪਹਿਲੇ ਨੰਬਰ ਤੇ ਆਇਆ। ਖਡੂਰ ਸਾਹਿਬ ਜਦੋਂ ਸੋਧਿਆ ਗਿਆ ਤੇ ਗੁਰੂ ਅਮਰਦਾਸ ਪਹਿਲੇ ਨੰਬਰ ਤੇ ਆਏ। 12 ਸਾਲ ਬਾਅਦ ਗਾਗਰ ਢੋਈ ਬੁੱਢੇ ਵਾਰੇ। ਜੇਠੇ ਨੂੰ ਪਰਖਿਆ ਗਿਆ ਪਰ ਗੁਰੂ ਅਰਜਨ ਦੇਵ ਨੂੰ ਨਹੀਂ ਪਰਖਿਆ, ਉਹ ਪੂਰੇ ਸਨ। 6ਵੇਂ ਪਾਤਸ਼ਾਹ ਨੂੰ ਨਹੀਂ ਕਿਸੇ ਨੇ ਪਰਖਿਆ। ਕਿਉਂ? ਉਹ ਤੇ ਜੰਮਦੇ ਸਮੇਂ ਵੱਡ ਯੋਧੇ ਸਨ। ਵੱਡ ਯੋਧਾ ਬਹੁ ਪਰਉਪਕਾਰੀ। 8ਵੇਂ ਪਾਤਸ਼ਾਹ ਦੀ ਵੀ ਪਰਖ ਹੋਈ। 9ਵੇਂ ਪਾਤਸ਼ਾਹ ਨੂੰ ਨਹੀਂ ਪਰਖਿਆ ਗਿਆ। ਹਾਂ, 8ਵੇਂ ਪਾਤਸ਼ਾਹ ਨੇ ਦਿੱਲੀ ਤੋਂ ਮੱਥਾ ਟੇਕਦਾ ਸੀ ਕਿ ਬਾਬਾ ਬਸੇ ਗ੍ਰਾਮ ਬਕਾਲੇ। ਜਿਹਨੂੰ 25-26 ਸਾਲ ਹੋ ਗਏ ਰੱਬ ਦੀ ਯਾਦ ਵਿੱਚ ਜੁੜ ਕੇ ਬੈਠੇ ਨੂੰ, ਉਹਨਾਂ ਨੂੰ ਪਰਖਣ ਦੀ ਹੁਣ ਕੀ ਲੋੜ ਹੈ। ਨਾਲੇ ਗੁਰੂ ਦੀ ਆਪਣੀ ਇੱਕ ਮਰਜ਼ਾਦਾ ਹੁੰਦੀ ਹੈ। ਗੁਰੂ ਨੂੰ ਤਾਂ ਪਤਾ ਹੁੰਦਾ ਕਿਹੜਾ ਪੂਰਾ ਵਾ, ਪਰ ਲੋਕਾਂ ਨੂੰ ਸਮਝਾਉਣ ਵਾਸਤੇ ਮਹਾਰਾਜ ਗੁਰੂ ਸਾਹਿਬ ਫਿਰ ਬਾਹਰੋਂ ਕੋਈ ਕਿਰਿਆ ਕਰ ਲੈਂਦੇ ਨੇ ਵੀ ਲੋਕਾਂ ਦਾ ਭੁਲੇਖਾ ਦੂਰ ਹੋ ਜੇ, ਲੋਕਾਂ ਨੂੰ ਪਤਾ ਲੱਗ ਜੇ ਵੀ ਕੌਣ ਪੂਰਾ ਸੀ। ਸਾਨੂੰ ਤਾਂ ਪਤਾ ਹੀ ਆ ਕਿ ਕੌਣ ਪੂਰਾ ਸੀ, ਪਰ ਲੋਕਾਂ ਨੂੰ ਦੱਸਣ ਵਾਸਤੇ। ਗੁਰੂ ਤੇਗ ਬਹਾਦਰ ਦੀ ਪਰਖ ਨਹੀਂ ਹੋਈ। ਕੇਵਲ ਦਿੱਲੀ ਤੋਂ ਮੱਥਾ ਟੇਕਿਆ ਗਿਆ ਕਿ ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਗਲ ਸੰਭਾਲੇ। ਉਹ ਗੁਰੂ ਬਣੇਗਾ ਤੇ ਸੰਗਤ ਦੀ ਸੰਭਾਲ ਕਰੇਗਾ। ਗੁਰੂ ਦਾ ਕੰਮ ਸੰਗਤ ਨੂੰ ਸਾਂਭਣਾ। ਅੱਜ ਕੱਲ੍ਹ ਦੇ ਗੁਰੂਆਂ ਦਾ ਕੰਮ ਆ ਕਿ ਸੰਗਤਾਂ ਕੋ ਕਮਾਦ ਗਡਾਓ, ਕਣਕਾਂ ਬਜਾਓ, ਝੋਨੇ ਲਵਾਓ। ਇਹ ਗੁਰੂਆਂ ਦੇ ਕੰਮ ਵੇਖੋਗੇ। ਕੱਲ੍ਹ ਹੀ ਬੀਬੀ ਕਹਿ ਰਹੀ, ਬਾਬਾ ਜੀ ਇਹ ਸੱਚਖੰਡ ਪਹੁੰਚਾ ਦਿਓ। ਇਹ ਮੇਰੇ ਕੋਲ ਤੁਰਿਆ ਨਹੀਂ ਜਾਣਾ, ਕਾਰ ਤੇ ਬਿਠਾ ਕੇ ਸੱਚਖੰਡ ਪਹੁੰਚਾ ਦਿਓ। ਗੁਰੂ ਕਹਿਣ ਲੱਗਾ, ਬੀਬਾ ਕਾਰ ਤੇ ਨਹੀਂ, ਤੈਨੂੰ ਜਹਾਜ਼ ਤੇ ਛੱਡ ਕੇ ਆਵਾਂਗੇ ਸੱਚਖੰਡ। ਇੱਥੇ ਜ਼ਿੰਦਗੀ ਨਰਕ ਬਣੀ ਪਈ ਹੋਈ ਹੈ ਤੇ ਅੱਗੇ ਸੱਚਖੰਡ ਕਿੰਨੇ ਜਾਣਾ ਹੈ। ਇਹ ਫਿਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਹੁਣ ਪਹਿਲਾਂ ਮਰਜ਼ਾਦਾ ਸੀ ਕਿ ਪਰਖ ਕੇ ਗੱਦੀ ਦਿੱਤੀ ਜਾਵੇ, ਪਰ ਇੱਥੇ ਹੁਣ ਪਰਖ ਨਹੀਂ ਹੋ ਰਹੀ। ਲੈ ਕਰ ਸ਼੍ਰੀ ਗੁਰੂ ਤੇਗ ਬਹਾਦਰ ਕਰ ਮੈਂ, ਤਰਿਓ ਧਿਆਨ ਨੰਦਨ ਕੋ ਉਰਮੈ। ਧੰਨ ਗੁਰੂ ਤੇਗ ਬਹਾਦਰ ਨਾਰੀਅਲ ਤੇ ਪੈਸਾ 5 ਪੈਸੇ ਲੈ ਕੇ ਆਪਣੇ ਪੁੱਤਰ ਗੋਬਿੰਦ ਰਾਜ ਦਾ ਧਿਆਨ ਧਰਿਆ ਮਹਾਰਾਜ ਨੇ। ਬੰਧਨ ਕੀਨ ਸੋ ਅਪਰ ਅਗਾਰੀ। ਫਿਰ ਮਹਾਰਾਜ ਨੇ ਪੈਸਾ ਤੇ ਨਾਰੀਅਲ ਲਾ ਕੇ ਮੱਥਾ ਟੇਕ ਦਿੱਤਾ। ਮੈਂ ਕਹਿ ਰਿਹਾ ਸੀ ਇਹ ਵੱਖ-ਵੱਖ ਤਰ੍ਹਾਂ ਦੀਆਂ ਇਤਿਹਾਸਕਾਰਾਂ ਦੀਆਂ ਰਾਇਆਂ ਨੇ। ਤੇ ਮੱਥਾ ਟੇਕ ਕੇ ਫਿਰ ਕੀਤਾ ਕਿ ਸੁਤ ਗੁਰਦੀਨ ਸੋ ਬਲ ਭਾਰੀ। ਸੁਤ ਗੁਰਦੀਨ ਸੋ ਬਲ ਭਾਰੀ। ਮਹਾਰਾਜ ਨੇ ਉਹ ਜੋ ਬਹੁਤ ਵੱਡੀ
ਗੁਰਤਾ ਗਰਦੀ ਦੀ ਬਖਸ਼ਿਸ਼ ਸੀ, ਉਹ ਆਪਣੇ ਪੁੱਤਰ ਨੂੰ ਬਹੁਤ ਵੱਡਾ ਬਲ ਬਖਸ਼ ਦਿੱਤਾ ਹੈ। ਕਿਉਂਕਿ ਜਿਹੜੇ ਮਹਾਂਪੁਰਖ ਗੁਰੂ ਪੀਰ ਪੈਗੰਬਰ ਹੁੰਦੇ ਨੇ ਨਾ, ਇਹ ਜਿਹੜੀ ਰੱਬੀ ਦਾਤ ਹੁੰਦੀ ਹੈ ਬਹੁਤ ਵੱਡੀ ਭਾਰੀ ਗੱਲ ਹੁੰਦੀ ਹੈ, ਛੋਟੀ ਗੱਲ ਨਹੀਂ ਹੁੰਦੀ ਹੈ। ਤੇ ਜਿਹਦੇ ਉੱਤੇ ਫਿਰ ਬਖਸ਼ਾ ਹੋ ਜਾਂਦੀ ਨੇ, ਉਹ ਵੀ ਬਲਵਾਨ ਹੋ ਜਾਂਦਾ ਹੈ, ਭਾਰੀ ਹੋ ਜਾਂਦਾ ਹੈ। ਗੁਰਿਆਈ ਛੋਟੀ ਬਾਤ ਨਹੀਂ ਹੈ। ਚਲੋ ਅੱਜ ਕੱਲ੍ਹ ਤਾਂ ਹੁਣ ਜਿੱਦਾਂ ਦੇ ਗੁਰੂ ਜਿਨ੍ਹਾਂ ਦੇ ਅੰਧਲੇ ਸਿੱਖ ਵੀ ਅੰਧੇ ਕਰਮ ਕਰੇਣ। ਜੇ ਗੁਰੂ ਅੰਨੇ ਨੇ ਤੇ ਚੇਲੇ ਕਿਹੜੇ ਸਿਆਣੇ ਨੇ। ਅੰਧੇ ਗੁਰੂ ਦੇ ਭਰਮ ਨਾ ਜਾਈ, ਆ ਅਮੂਲ ਛੋੜ ਲੱਗੇ ਸ਼ਿਰਸ਼ਾਈ ਪਾਈ। ਇਹ ਬਹੁਤ ਵੱਡੀ ਰੱਬੀ ਰਹਿਮਤ ਹੁੰਦੀ ਹੈ ਜਿਹੜੀ ਗੁਰਿਆਈ ਹੁੰਦੀ ਹੈ, ਸਾਰਿਆਂ ਤੇ ਨਹੀਂ ਹੁੰਦੀ। ਕਰਤਾਰਪੁਰ ਲਹਿਣੇ ਤੇ ਹੋਈ, ਬਾਬਾ ਬੁੱਢਾ ਜੀ ਤੇ ਥੋੜਾ ਹੋਈ ਹੈ। ਤੇ ਸਾਰਿਆਂ ਨੂੰ ਇਹ ਬਖਸ਼ਿਸ਼ ਕੀਤੀ ਵੀ ਨਹੀਂ ਜਾ ਸਕਦੀ, ਇੱਕ ਨੂੰ ਕੀਤੀ ਜਾ ਸਕਦੀ ਹੈ। ਕਿਉਂਕਿ ਰਾਜਾ ਇੱਕੋ ਹੀ ਹੁੰਦਾ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਥਾਪਿਆ ਲੈਣਾ ਜੀਮਦੇ ਗੁਰਿਆਈ ਸਿਰ ਛਤਰ ਫਰਾਇਆ। ਗੁਰੂ ਨਾਨਕ ਸਾਹਿਬ ਨੇ ਇਹ ਜੀਂਦਿਆਂ ਜੀ ਲਹਿਣੇ ਨੂੰ ਆਪਣੇ ਥਾਂ ਤੇ ਬਿਠਾਇਆ। ਅੱਜ ਕੱਲ੍ਹ ਦੇ ਗੁਰੂਆਂ ਦੇ ਮਰਨ ਤੋਂ ਬਾਅਦ ਵਸੀਅਤ ਪੜ੍ਹੀ ਜਾਂਦੀ ਵੀ ਕਿਹਨੂੰ ਕਹਿ ਕੇ ਗਿਆ ਪਰ ਤੂੰ ਗੱਦੀ ਤੇ ਬਹਿ ਕੇ ਮੱਥਾ ਟਕਾਈ। ਅੱਜ ਦੇ ਗੁਰੂਆਂ ਦੀ ਜਿਹੜੀ ਪਰੰਪਰਾ ਵਾ, ਕਿਉਂਕਿ ਮੌਤ ਦੇ ਅਧੀਨ ਨੇ, ਇਹਨਾਂ ਨੂੰ ਪਤਾ ਨਹੀਂ ਕਦੋਂ ਮੌਤ ਨੇ ਆਣ ਕੇ ਖਾ ਜਾਣਾ ਹੈ, ਝਪਟ ਲੈਣਾ ਹੈ। ਤੇ ਇਹ ਜੀਂਦਿਆਂ ਜੀ ਆਪਣੇ ਥਾਂ ਤੇ ਕਿਸੇ ਨੂੰ ਬਿਠਾਉਂਦੇ ਨਹੀਂ ਗਾ। ਇਹ ਨਾ ਹੋਵੇ ਇਹਨੂੰ ਬਿਠਾ ਦਈਏ ਤੇ ਮੈਨੂੰ ਡੇਰੇ ਚੋਂ ਕੱਢ ਦੇਵੇ। ਥਾਪਿਆ ਲੈਣਾ ਜੀਵਦੇ ਗੁਰਿਆਈ ਸਿਰ ਛਤਰ ਫਰਾਇਆ। ਇਹ ਫਿਰ ਬੰਧਨ ਕੀਨ ਸੋ ਅਪਰ ਅਗਾਰੀ, ਸਤਿਗੁਰ ਦੀਨ ਸੋ ਬਲ ਭਾਰੀ। ਬਹੁਤ ਵੱਡਾ ਬਲ ਜਿਹੜਾ ਸੀ, ਸ਼ਕਤੀ ਸੀ ਜਿਹੜੀ ਗੁਰਿਆਈ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਨੇ ਦਿੱਲੀ ਤੋਂ ਅਰਪਣ ਕਰ ਦਿੱਤੀ। ਤੇ ਫਿਰ ਉਹ ਜਦੋਂ ਉੱਥੋਂ ਮਹਾਰਾਜ ਨੇ ਮੱਥਾ ਟੇਕਿਆ ਨਾ, ਜੇਲ੍ਹ ਦੇ ਅੰਦਰ ਬੈਠੇ ਨੇ ਧੰਨ ਗੁਰੂ ਤੇਗ ਬਹਾਦਰ। ਉਹ ਕੋਤਵਾਲੀ ਥਾਣਾ ਅੱਜ ਕੱਲ੍ਹ ਗੁਰਦੁਆਰਾ ਬਣਿਆ ਹੋਇਆ, ਚਾਂਦਨੀ ਚੌਂਕ ਦੇ ਅੰਦਰ ਉਹ ਕੋਤਵਾਲੀ ਥਾਣਾ ਹੈ। ਉਸ ਜਗ੍ਹਾ ਤੇ ਧੰਨ ਗੁਰੂ ਤੇਗ ਬਹਾਦਰ ਬੈਠੇ ਹੋਏ ਨੇ। ਤੇ ਫਿਰ ਜਦੋਂ ਮਹਾਰਾਜ ਨੇ ਉਹ ਪੈਸੇ ਤੇ ਨਾਰੀਅਲ ਰੱਖ ਕੇ ਆਨੰਦਪੁਰ ਨੂੰ ਆਪਣਾ ਮੱਥਾ ਟੇਕ ਦਿੱਤਾ, ਤੇ ਉਹ ਫਿਰ ਸਿੱਖ ਨੂੰ ਹਦਾਇਤ ਕੀਤੀ। ਹੁਣ ਇਹਦੇ ਬਾਰੇ ਕੋਈ ਬੜੀ ਤਰ੍ਹਾਂ ਦੀਆਂ ਰਾਇਆਂ ਨੇ। ਕੋਈ ਕਹਿੰਦਾ ਕਿ ਭਾਈ ਊਦਾ ਸਿੰਘ ਗੁਰਤਾ ਗੱਦੀ ਲੈ ਕੇ ਆਇਆ, ਕੋਈ ਕਹਿੰਦਾ ਭਾਈ ਗੁਰਦਿੱਤਾ ਜੀ ਗੁਰਤਾ ਗੱਦੀ ਲੈ ਕੇ ਆਏ। ਬਹੁਤਿਆਂ ਨੇ, ਕਵੀ ਸੰਤੋਖ ਸਿੰਘ ਨੇ ਇਹੋ ਲਿਖਿਆ ਕਿ ਊਦਾ ਸਿੰਘ ਲੈ ਕੇ ਆਇਆ। ਚਲੋ ਖੈਰ, ਕੋਈ ਵੀ ਲੈ ਆਇਆ। ਉਹ ਫਿਰ ਧੰਨ ਗੁਰੂ ਤੇਗ ਬਹਾਦਰ ਨੇ, ਮਹਾਰਾਜ ਨੇ ਸਿੱਖ ਨੂੰ ਕਿਹਾ, ਸਿੱਖ ਸੋ ਹੁਕਮ ਕਰੀਏ ਲੈ ਜਾਈਏ। ਸਿੱਖ ਕੋ ਹੁਕਮ ਕਰੇ ਸੋ ਲੈ ਜਾਈਏ। ਸਿੱਖ ਨੂੰ ਹੁਕਮ ਕੀਤਾ ਵੀ ਇਹ ਜਿਹੜੀ ਗੁਰਿਆਈ ਦੀ ਰਸਮ ਆ, ਤੁਸੀਂ ਆਨੰਦਪੁਰ ਸਾਹਿਬ ਲੈ ਕੇ ਜਾਓ। ਤੇ ਹੁਣ ਸਿੱਖ ਨੇ ਹੁਕਮ ਕਰ ਦਿੱਤਾ, ਸਿੱਖ ਨੂੰ ਹੁਕਮ ਕਰਤਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ। ਉਹ ਫਿਰ ਕਹਿਣ ਲੱਗੇ, ਇਸ ਗੁਰਿਆਈ ਦੀ ਜਿਹੜੀ ਰਸਮ ਆ, ਇਹ ਆਨੰਦਪੁਰ ਲੈ ਕੇ ਜਾਓ। ਅਰਪੋ ਸ਼੍ਰੀ ਗੁਰੂ ਗੋਬਿੰਦ ਗੁਰ ਹਈਏ, ਅਰਪੋ ਸ਼੍ਰੀ ਗੋਬਿੰਦ ਗੁਰ ਹਈਏ। ਇਹ ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਅਰਪਣ ਕਰ ਦਿਓ ਤੇ ਉਹਨਾਂ ਨੂੰ ਇਹ ਗੁਰੂ ਹੋਣ ਦਾ ਮਾਣ ਬਖਸ਼ ਦੇ ਦਿੱਤਾ ਸੀ। ਉਹ ਗੁਰੂ ਹੋਣਗੇ ਤੁਹਾਡੇ। ਤੇ ਜਿੰਨਾ ਚਿਰ ਗੁਰਿਆਈ ਨਹੀਂ ਮਿਲਦੀ, ਉਹਨਾਂ ਚਿਰ ਗੁਰੂ ਕੋਈ ਸਦਾ ਨਹੀਂ ਸਕਦਾ। ਅਰਪੋ ਗੋਬਿੰਦ ਸੋ ਗੁਰ ਹਈਏ। ਚਲੋ ਤੁਸੀਂ ਜਾ ਕੇ ਅਰਪਣ ਕਰ ਦਿਓਗੇ ਨਾਰੀਅਲ 5 ਪੈਸੇ, ਤੇ ਬਾਬਾ ਬੁੱਢਾ ਜੀ ਦੀ ਅੰਸ਼ ਬੰਸ ਵਿੱਚੋਂ ਗੁਰਿਆਈ ਦੀ ਰਸਮ ਨਿਭਾ ਦਿੱਤੀ ਜਾਏਗੀ। ਫਿਰ ਉਹ ਗੁਰੂ ਹੋ ਜਾਣਗੇ ਤੁਹਾਡੇ। ਇਤਿਹਾਸਕਾਰ ਕਹਿੰਦਾ ਫਿਰ 2-3 ਦਿਨ ਲੱਗੇ ਨੇ ਸਿੱਖ ਨੂੰ ਆਉਂਦਿਆਂ ਦਿੱਲੀ ਤੋਂ। ਉਹ ਫਿਰ ਲੈ ਕੇ ਜਦੋਂ ਗੁਰਿਆਈ ਇੱਥੇ ਆਏ ਤੇ ਮਾਤਾ ਗੁਜਰੀ ਜੀ ਨੂੰ ਵੀ ਪਤਾ ਲੱਗ ਗਿਆ ਵੀ ਗੁਰਿਆਈ ਆ ਗਈ ਆ। ਤੇ ਸਾਰਿਆਂ ਸਿੱਖ ਸੰਗਤਾਂ ਨੂੰ ਪਤਾ ਲੱਗ ਗਿਆ ਵੀ ਧੰਨ ਗੁਰੂ ਤੇਗ ਬਹਾਦਰ ਹੁਣ ਸ਼ਹੀਦ ਹੋਣਗੇ। ਜਿਹੜੀ ਗੁਰਿਆਈ ਆ ਗਈ ਆਨੰਦਪੁਰ, ਇਸ ਦਾ ਮਤਲਬ ਹੁਣ ਧੰਨ ਗੁਰੂ ਤੇਗ ਬਹਾਦਰ ਜੀ ਫਾਨੀ ਸੰਸਾਰ ਤੋਂ ਕੂਚ ਕਰ ਜਾਣਗੇ। ਜਦੋਂ ਉਹ ਸਿੱਖ ਨੇ ਆਣ ਕੇ ਇਹ ਦੱਸਿਆ ਕਿ ਮੈਂ
ਦਿੱਲੀ ਤੋਂ ਅਨੰਦਪੁਰ ਸਾਹਿਬ ਆਇਆ ਵਾਂ ਗੁਰਿਆਈ ਲੈ ਕੇ, ਤੇ ਸੰਗਤਾਂ ਬੜੀਆਂ ਸੋਗ ਵਿੱਚ ਡੁੱਬ ਗਈਆਂ ਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਬਾਦਸ਼ਾਹ ਔਰੰਗਜ਼ੇਬ ਹੁਣ ਸ਼ਹੀਦ ਕਰ ਦੇਵੇਗਾ। ਮਾਤਾ ਗੁਜਰੀ ਜੀ ਵੀ ਸੋਚਣ ਲੱਗ ਪਏ ਵੀ ਇਹ ਕੀ ਬਣਿਆ, ਹੁਣ ਮੇਰੇ ਪਤੀ ਇਹ ਫਾਨੀ ਸੰਸਾਰ ਤੋਂ ਕੂਚ ਕਰ ਜਾਣਗੇ। ਗੋਬਿੰਦ ਰਾਏ ਸੱਚੇ ਪਾਤਸ਼ਾਹ ਉਹਨਾਂ ਦੇ ਸਪੂਤ ਨੇ, 9 ਸਾਲ ਦੀ ਉਮਰ ਆ ਉਹਨਾਂ ਦੀ। ਉਹਨਾਂ ਨੂੰ ਪਤਾ ਲੱਗ ਗਿਆ ਵੀ ਧੰਨ ਗੁਰੂ ਮੇਰੇ ਪਿਤਾ ਜੀ ਨੇ ਦਿੱਲੀ ਤੋਂ ਮੇਰੇ ਵਾਸਤੇ ਗੁਰਿਆਈ ਬਖਸ਼ ਭੇਜ ਦਿੱਤੀ ਆ, ਆਪ ਸ਼ਹੀਦ ਹੋਣ ਜਾ ਰਹੇ ਨੇ। ਕਹਿੰਦੇ ਉਦੋਂ ਬੜਾ ਗਮਗੀਨ ਮਾਹੌਲ ਬਣ ਗਿਆ। ਪਰ ਗੋਬਿੰਦ ਰਾਏ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਆਰਜ ਅਜੇ 9 ਸਾਲ ਦੀ ਸੀ, ਉਹਨਾਂ ਨੇ ਆਖਿਆ ਕੋਈ ਗੱਲ ਨਹੀਂ। ਫਿਰ ਉਹਨਾਂ ਨੇ ਲਿਖਿਆ, ਠੀਕਰ ਫੋਰ ਦਲੀਸ ਸਿਰ ਪਰ ਪੁਰਪੀਆ ਪਿਆਨ। ਕਹਿੰਦੇ ਕਿ ਠੀਕਰਾ ਵਾ ਸਰੀਰ ਜਿਹੜਾ ਕੱਚਾ ਭਾਂਡਾ ਵਾ, ਜੇ ਆਨੰਦਪੁਰ ਰਹਿੰਦੇ ਤਾਂ ਵੀ ਟੁੱਟ ਜਾਣਾ ਸੀ ਠੀਕਰਾ। ਹੁਣ ਆਨੰਦਪੁਰ ਛੱਡ ਕੇ ਦਿੱਲੀ ਚਲ ਗਏ ਨੇ, ਉੱਥੇ ਜਾ ਕੇ ਠੀਕਰਾ ਭੰਨਣ ਲੱਗੇ ਨੇ। ਠੀਕਰਾ ਉਹ ਨਿਰਲੇਪ ਨੇ, ਮਹਾਂਪੁਰਖ ਜਿਹੜੇ ਹੁੰਦੇ ਆ ਨਾ, ਉਹ ਸਰੀਰ ਦੇ ਵਿੱਚ ਹੁੰਦਿਆਂ ਹੋਇਆ ਵੀ ਸਰੀਰ ਤੋਂ ਨਿਰਲੇਪ ਹੁੰਦੇ ਨੇ। ਜਿਸ ਤਰ੍ਹਾਂ ਇੱਕ ਕੋਠਾ ਵਾ, ਕਮਰਾ ਵਾ, ਕਮਰੇ 'ਚ ਮੈਂ ਰਹਿੰਦਾ ਵਾਂ ਪਰ ਮੈਂ ਕਮਰਾ ਨਹੀਂ ਹੈ। ਜਿਸ ਤਰ੍ਹਾਂ ਮੈਂ ਵਾਂ, ਮੇਰੇ ਕੱਪੜੇ ਨੇ, ਮੈਂ ਕੱਪੜੇ ਪਾਏ ਹੋਏ ਨੇ, ਕੱਪੜੇ ਵੱਖਰੇ ਨੇ ਤੇ ਮੈਂ ਵੱਖਰਾ ਵਾਂ। ਕਹਿੰਦੇ ਮੇਰੀ ਲੱਤ, ਮੇਰੀ ਬਾਂਹ, ਇਸ ਤਰ੍ਹਾਂ ਮੈਂ ਵੱਖਰਾ ਵਾਂ ਤੇ ਲੱਤਾਂ ਬਾਹਾਂ ਮੇਰੀਆਂ ਮੇਰੇ ਤੋਂ ਵੱਖਰੀਆਂ ਨੇ। ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਕਹਿੰਦੇ ਨੇ ਮੈਂ ਸਰੀਰ ਨਹੀਂ ਆ, ਪਰ ਸਰੀਰ ਤੋਂ ਬਿਨਾਂ ਵੀ ਕੁਛ ਨਹੀਂ ਹੁੰਦਾ, ਪਰ ਮੈਂ ਸਰੀਰ ਨਹੀਂ ਆ। ਜਨਮ ਮਰਨ ਦੋਹੂ ਮੇ ਨਾਹੀ, ਜਨ ਪਰ ਉਪਕਾਰੀ ਆਏ। ਸਾਡੇ ਵਾਂਗੂ ਉਹ ਜੰਮਦੇ ਵੀ ਨਹੀਂ ਤੇ ਸਾਡੇ ਵਾਂਗੂ ਮਰਦੇ ਵੀ ਨਹੀਂ ਹੈ। ਅਸੀਂ ਕਰਮਾਂ ਅਧੀਨ ਜੰਮਦੇ ਹਾਂ ਤੇ ਮੌਤ ਸਾਨੂੰ ਮਾਰਦੀ ਹੈ, ਪਰ ਮਹਾਂਪੁਰਖ ਨਾ ਕਰਮਾਂ ਅਧੀਨ ਜੰਮਦੇ ਨੇ ਤੇ ਨਾ ਉਹਨਾਂ ਨੂੰ ਮੌਤ ਮਾਰਦੀ ਆ। ਅੱਜ ਵੀ ਇੱਕ ਸ਼ਬਦ ਲੱਗਾ ਸੀ ਦਰਬਾਰ ਸਾਹਿਬ ਤੋਂ, ਜੋਰ ਨਾਰ ਦੁੱਖ ਮੇ ਦੁੱਖ ਨਹੀਂ ਮਾਨੇ। ਦੁੱਖ ਹੋਊਗਾ। ਹੁਣ ਧੰਨ ਗੁਰੂ ਤੇਗ ਬਹਾਦਰ ਪਿੰਜਰੇ ਵਿੱਚ ਬੰਦ ਨੇ ਤੇ ਪਿੰਜਰਾ ਬਹੁਤ ਵੱਡੀ ਸਜ਼ਾ ਵਾ। ਫਿਰ ਪਿੰਜਰੇ ਵਿੱਚ ਕਿੱਲ ਲੱਗੇ ਹੋਏ ਨੇ ਕਿ ਪਿੱਛੇ ਲੱਕ ਲਾ ਕੇ ਕੋਈ ਢੋ ਵੀ ਨਾ ਲਾ ਸਕੇ। ਤਿੱਖਿਆਂ ਕਿੱਲਾਂ ਵਾਲਾ, ਸੂਈਆਂ ਵਾਲਾ ਪਿੰਜਰਾ ਵਾ ਤੇ ਪਿੰਜਰੇ ਵਿੱਚ ਧੰਨ ਗੁਰੂ ਤੇਗ ਬਹਾਦਰ ਬੰਦ ਨੇ, ਕੈਦ ਨੇ। ਇਹ ਦੁੱਖ ਨਹੀਂ ਹੈ, ਬਹੁਤ ਵੱਡਾ ਦੁੱਖ ਹੈ। ਪਰ ਮਹਾਰਾਜ ਕਹਿੰਦੇ, ਇੱਕ ਕੋਈ ਸਿਆਣੇ ਕਹਿੰਦੇ ਹੁੰਦੇ ਆ ਕਿ ਧੰਨ ਗੁਰੂ ਤੇਗ ਬਹਾਦਰ ਸਾਰੀ ਜ਼ਿੰਦਗੀ ਹੱਸੇ ਨਹੀਂ ਹੈ, ਬੈਰਾਗ 'ਚ ਰਹੇ ਨੇ, ਹੱਸੇ ਨਹੀਂ ਹੈ। ਅੱਜ ਸਾਡਾ ਜਿਹੜਾ ਹਾਸਾ ਵਾ ਨਾ, ਇਹ ਨਕਲੀ ਹਾਸਾ ਵਾ। ਕਮੇਡੀਆਂ ਕਰ ਕਰਕੇ, ਕੋਈ ਹੁਜਤਾਂ ਕਰ ਕਰਕੇ ਸਾਨੂੰ ਹਸਾਉਂਦਾ ਹੈ। ਸਾਡੇ ਅੰਦਰੋਂ ਹਾਸਾ ਮੁੱਕ ਚੁੱਕਾ ਹੈ ਤੇ ਜਿਹੜਾ ਦਾ ਵਕਤੀ ਤੌਰ ਤੇ ਹਾਸਾ ਹੁੰਦਾ ਹੈ ਉਹ ਬਹੁਤਾ ਚਿਰ ਆਨੰਦ ਨਹੀਂ ਦਿੰਦਾ, ਸੁੱਖ ਨਹੀਂ ਦਿੰਦਾ। ਜਿਹੜੇ ਮਹਾਂਪੁਰਖਾਂ ਦੇ ਅੰਦਰ ਆਨੰਦ ਛਾ ਜਾਂਦਾ ਉਹ ਬਾਹਰੋਂ ਨਹੀਂ ਹੱਸਦੇ। ਰੰਗ ਹੱਸੇ ਰੰਗ ਰੋਵੇ, ਚੁੱਪ ਪੀ ਕਰ ਜਾਏ, ਪਰਵਾਹ ਨਾ ਹੀ ਕਿਸੇ ਕੀ ਬਾਤ ਸੱਚੇ ਨਾ ਹੈ। ਤੇ ਮਰ ਕਹਿੰਦੇ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਅਰ ਪੈ ਨਹੀਂ ਜਾਂਕੇ। ਸੁੱਖਾਂ ਦੇ ਨਾਲ ਕੋਈ ਸਨੇਹ ਨਹੀਂ ਹੈ ਤੇ ਜਿਹਦੇ ਮਨ ਵਿੱਚ ਕੋਈ ਭੈ ਨਹੀਂ ਹੈ। ਸਾਰੀ ਦੁਨੀਆ ਭੈ ਵਿੱਚ ਜੀਂਦੀ ਹਨ, ਪਰ ਜਿਹਨੂੰ ਭੈ ਨਹੀਂ ਹੈ, ਮਾਰ ਕਹਿੰਦੇ ਸੁਖ ਸਨੇਹ ਔਰ ਭੈ ਨਹੀਂ ਜਾਂ ਕੇ ਕੰਚਨ ਮਾਟੀ ਮਾਨੇ। ਇਹ ਦੁਨੀਆ ਦੀ ਧਨ ਦੌਲਤ ਪਦਾਰਥ ਸਭ ਮਿੱਟੀ ਸਮਝਿਓ, ਕੱਖ ਵੀ ਨਹੀਂ ਉਹਦੇ ਵਾਸਤੇ, ਕੱਖ ਨਹੀਂ। ਸਾਡੇ ਵਾਸਤੇ ਬਹੁਤ ਵੱਡੀ ਚੀਜ਼ ਹੈ ਦੌਲਤ, ਉਹਦੇ ਵਾਸਤੇ ਮਿੱਟੀ ਆ, ਕੱਖ ਵੀ ਨਹੀਂ ਹੈ। ਕੰਚਨ ਮਾਟੀ ਮਾਨੇ, ਨੈ ਨਿੰਦਿਆ ਨੈ ਉਸਤਤ ਜਾਂ ਕੇ।
ਉਹ ਨਿੰਦਿਆ ਤੋਂ ਵੀ ਬਚਿਆ ਹੋਇਆ ਵਾ, ਉਹ ਉਸਤਤ ਤੋਂ ਵੀ ਬਚਿਆ ਹੋਇਆ ਵਾ। ਤੇ ਕਿਸੇ ਨੇ ਪੁੱਛਿਆ ਮਹਾਰਾਜ ਵੀ ਇਹ ਅਵਸਥਾ ਕਿਵੇਂ ਮਿਲਦੀ ਆ ਜਿੱਥੇ ਦੁੱਖ ਸੁੱਖ ਨਹੀਂ? ਮੈਂ ਕਹਿ ਰਿਹਾ ਵੀ ਜੇ ਧੰਨ ਗੁਰੂ ਤੇਗ ਬਹਾਦਰ ਸਾਰੀ ਜ਼ਿੰਦਗੀ ਹੱਸੇ ਨਹੀਂ ਹੈ, ਕਿਸੇ ਨੇ ਹੱਸਦਿਆਂ ਨਹੀਂ ਵੇਖਿਆ ਹੋਊਗਾ ਧੰਨ ਗੁਰੂ ਤੇਗ ਬਹਾਦਰ ਨੂੰ, ਕਿਉਂਕਿ ਉਹ ਜਿਨ੍ਹਾਂ ਦਾ ਧਿਆਨ ਗਹਿਰਾ ਚਲ ਜਾਂਦਾ, ਜਿਹੜੇ ਧਿਆਨ ਵਿੱਚ ਲੀਨ ਹੋ ਜਾਂਦੇ ਨੇ, ਜਿਹੜੇ ਅੰਦਰ ਨੂੰ ਤੁਰ ਜਾਂਦੇ ਨੇ, ਅੰਦਰ ਰਸ ਵਿੱਚ ਲੀਨ ਹੋ ਜਾਂਦੇ ਨੇ, ਉਹਨਾਂ ਦਾ ਬਾਹਰਲਾ ਹਾਸਾ ਤੇ ਮੁੱਕ ਜਾਂਦਾ ਹੈ, ਪਰ ਉਹ ਕਿਤੇ ਪਰਮ ਹਾਸੇ ਵਿੱਚ ਜੀਂਦੇ ਨੇ। ਉਹ ਹਾਸੇ ਵਿੱਚ ਜੀਂਦੇ ਨੇ, ਹਾਸਾ ਹੁੰਦਾ ਨਹੀਂ ਉਹਨਾਂ ਦੇ ਕੋਲ, ਮੁੱਖ ਦਾ ਹਾਸਾ ਨਹੀਂ ਹੁੰਦਾ, ਅੰਦਰ ਦਾ ਹਾਸਾ ਹੁੰਦਾ ਹੈ। ਸਾਡੇ ਕੋਲ ਬਾਰੀ ਬਾਰੀ ਹਾਸਾ ਹੁੰਦਾ, ਫਿਰ ਰੋਣਾ ਸ਼ੁਰੂ ਹੋ ਜਾਂਦਾ ਹੈ। ਕਿਸੇ ਨੇ ਸਾਰੀ ਜ਼ਿੰਦਗੀ ਧੰਨ ਗੁਰੂ ਤੇਗ ਬਹਾਦਰ ਨੂੰ ਹੱਸਦਿਆਂ ਨਹੀਂ ਦੇਖਿਆ। ਵਿਰਾਗ ਤਾਂ ਦੇਖਿਆ, ਉਹਨਾਂ ਦੀ ਬਾਣੀ ਪੜ੍ਹੋ, ਕਿੰਨਾ ਵਿਰਾਗ ਹੈ। ਜੈਸੇ ਜਲ ਤੇ ਬੁੱਧ ਬੁੱਧਾ ਉਪਜੇ ਬਿਨ ਸੇ ਨੀਤ, ਜਗ ਰਚਨਾ ਤੈਸੇ ਰਚੀ, ਲੋ ਕੋ ਨਾਨਕ ਸੁਣ ਮੀਤ। ਕਿੱਡਾ ਵਿਰਾਗ ਹੈ। ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ, ਕਹਿ ਨਾਨਕ ਥਿਰ ਨਾ ਰਹੇ, ਜੋ ਬਾਲੂ ਕੀ ਪੀਤ। ਰਾਮ ਗਇਓ ਰਾਮ ਗਇਓ ਰਾਵਣ ਗਇਓ। ਇੱਥੇ ਵੱਡੇ ਵੱਡੇ ਧਰਤੀ ਤੋਂ ਤੁਰ ਗਏ ਨੇ, ਦੇ ਕੀਤੀ ਗਈ ਵਾਜੇ ਵਜਾਏ, ਵਹੀ ਇੱਕ ਰਹਿਸੀ ਜੋ ਸਾਚਾ ਖੁਦਾਏ। ਬੜੇ ਬੜੇ ਵਾਜੇ ਵੱਜਦੇ ਸੀ, ਬੜੀਆਂ ਬੜੀਆਂ ਕਾਰਾਂ ਚੱਲਦੀਆਂ ਸੀ, ਬੜੀਆਂ ਬੜੀਆਂ ਲਾਲ ਬੱਤੀਆਂ ਹੁਣ ਵੀ ਘੁੰਮਦੇ ਫਿਰਦੇ ਨੇ। ਪਰ ਸਮਾਂ ਆਉਣਾ ਹੈ, ਇਹਨਾਂ ਵੀ ਤੁਰ ਜਾਣਾ ਹੈ। ਦੇਖ ਕੀਤੀ ਗਈ ਵਾਜੇ ਵਜਾਏ। ਕਾਰੂ ਬਾਦਸ਼ਾਹ ਨੂੰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਤੇਰੇ ਤੋਂ ਪਹਿਲਾਂ ਬੜੇ ਬੜੇ ਕਾਰੂ ਇਸ ਧਰਤੀ ਤੇ ਹੋਏ ਨੇ, ਉਹ ਵੀ ਤੁਰ ਗਏ ਨੇ। ਦੇਖ ਕੀਤੀ ਗਈ ਵਾਜੇ ਵਜਾਏ, ਤੇਰੇ ਵਾਜੇ ਵੱਜਦੇ ਆ ਨਾ, ਤੂੰ ਰਾਜਾ ਵਾਂ। ਤੇ ਜਦੋਂ ਤੂੰ ਬਾਹਰ ਨੂੰ ਨਿਕਲਦਾ, ਨਗਾਰੇ ਵੱਜਦੇ ਨੇ, ਤੂਤੀਆਂ ਵੱਜਦੀਆਂ ਵੀ ਬਾਦਸ਼ਾਹ ਆ ਰਹੇ ਨੇ। ਤੇ ਦੇਖ ਕੀਤੀ ਗਈ ਵਾਜੇ ਵਜਾਏ, ਵੋਈ ਇੱਕ ਰਹਿਸੀ ਜੋ ਸਾਚਾ ਖੁਦਾਏ। ਅਸਲੀ ਵਾਜਾ ਉਹਦਾ ਹੀ ਵੱਜਣਾ ਜੋ ਖੁਦਾਏ ਪਰਮੇਸ਼ਰ ਹੈ। ਤੇ ਮੈਂ ਕਹਿ ਰਿਹਾ, ਜੇ ਹੱਸਦਿਆਂ ਨਹੀਂ ਵੇਖਿਆ ਧੰਨ ਗੁਰੂ ਤੇਗ ਬਹਾਦਰ ਨੂੰ, ਤੇ ਅੱਜ ਇੱਕ ਬਹੁਤ ਵੱਡੇ ਭਾਰੀ ਸੰਕਟ ਵਿੱਚ ਨੇ, ਕੈਦ ਵਿੱਚ ਨੇ, ਪਿੰਜਰੇ ਵਿੱਚ ਨੇ, ਤੇ ਕਿਸੇ ਨੇ ਰੋਂਦਿਆਂ ਵੀ ਨਹੀਂ ਵੇਖਿਆ। ਜੇ ਹੱਸਦਿਆਂ ਨਹੀਂ ਨਾ ਵੇਖਿਆ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ, ਤੇ ਧੰਨ ਗੁਰੂ ਤੇਗ ਬਹਾਦਰ ਨੂੰ ਕਿਸੇ ਨੇ ਰੋਂਦਿਆਂ ਵੀ ਨਹੀਂ ਵੇਖਿਆ। ਕਿੱਡਾ ਕਿੱਡਾ ਵੱਡਾ ਜ਼ੁਲਮ ਹੋ ਰਿਹਾ ਹੈ ਭਾਈ ਮਤੀ ਦਾਸ ਦੇ ਉੱਤੇ। ਜ਼ਾਲਮ ਜ਼ੁਲਮ ਕਰ ਰਹੇ ਨੇ, ਸਤੀ ਦਾਸ ਦੇ ਕਰ ਰਹੇ ਨੇ, ਭਾਈ ਦਿਆਲਾ ਤੇ ਧੰਨ ਗੁਰੂ ਤੇਗ ਬਹਾਦਰ ਦੇਖ ਰਹੇ ਨੇ। ਜੇ ਹੱਸੇ ਨਹੀਂ ਤੇ ਇਸ ਮੌਕੇ ਨੂੰ ਵੇਖ ਕੇ ਧੰਨ ਗੁਰੂ ਤੇਗ ਬਹਾਦਰ ਹੱਸੇ ਵੀ ਨਹੀਂ ਹੈ। ਤੇ ਕਿਸੇ ਨੇ ਪੁੱਛਿਆ ਮਹਾਰਾਜ ਇਹ ਜਿਹੜੀ ਤੁਸੀਂ ਕਹਿੰਦੇ ਹੋ ਕਿ ਜੋ ਨਰ ਦੁੱਖ में ਦੁੱਖ ਨਹੀਂ ਮਾਨੇ, ਇਹ ਅਵਸਥਾ ਕਿੱਥੋਂ ਮਿਲਦੀ ਹੈ? ਸੁਖ ਸਨੇਹ ਔਰ ਭੈ ਨਹੀਂ ਜਾਂ ਕੇ ਕੰਚਨ ਮਾਟੀ ਮਾਨੇ, ਅਵਸਥਾ ਕਿੱਥੋਂ ਮਿਲਦੀ ਹੈ? ਤੇ ਮਰ ਗੁਰ ਕਿਰਪਾ ਜੇ ਨਰ ਕੋ ਕੀਨੀ, ਜਿਹਦੇ ਉੱਤੇ, ਜਿਸ ਨਰ ਉੱਤੇ, ਜਿਸ ਮਨੁੱਖ ਉੱਤੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ ਨਾ, ਜੇ ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਦੁੱਖ ਜਿਹੜਾ ਹੈ ਉਹ ਸੁੱਖ 'ਚ ਬਦਲ ਜਾਂਦਾ ਹੈ, ਜਿਹੜਾ ਸੁੱਖ ਵਾ ਉਹ ਦੁੱਖ 'ਚ ਬਦਲ ਜਾਂਦਾ। ਆਪਣੇ ਪਰਾਏ ਹੋ ਜਾਂਦੇ ਨੇ, ਪਰਾਏ ਆਪਣੇ ਹੋ ਜਾਂਦੇ ਨੇ, ਦਿਨ ਰਾਤ 'ਚ ਹੋ ਜਾਂਦਾ, ਰਾਤ ਦਿਨ 'ਚ ਬਦਲ ਜਾਂਦੀ ਆ। ਇਹ ਤੇ ਪ੍ਰਕਿਰਤੀ ਦੀ ਨਿਯਮ ਵਾ। ਪੱਤ ਝੜ ਬਸੰਤ ਬਹਾਰ ਹੋ ਜਾਂਦੀ ਆ, ਬਸੰਤ ਬਹਾਰ ਤੇ ਫਿਰ ਪੱਤ ਝੜ ਹੋ ਜਾਂਦੀ ਆ। ਕਿਤੇ ਸੋਕੇ ਪੈ ਜਾਂਦੇ ਨੇ, ਕਿਤੇ ਬਾਰਸਾਂ ਹੋ ਜਾਂਦੀਆਂ ਨੇ। ਇਹ ਤੇ ਹੁੰਦਾ ਹੀ ਹੈ। ਇਹ ਜੁਗਤ ਨੂੰ ਪਛਾਣਨਾ ਹੈ। ਅੱਜ ਮੇਰੇ ਕੋਲ ਦੁੱਖ ਵਾ, ਇਹ ਸਦਾ ਨਹੀਂ ਰਹਿਣਾ। ਅੱਜ ਮੈਂ ਬੜਾ ਸੁਖੀ ਹਾਂ, ਅੱਜ ਮੇਰੇ ਕੋਲ ਦੁੱਖ ਵਾ, ਇਹ ਦੁੱਖ ਨਹੀਂ ਰਹਿਣਾ। ਹੁਣ ਦਿਨ ਚੜਿਆ, ਦਿਨ ਥੋੜਾ ਰਹਿਣਾ ਹੈ, ਰਾਤ ਹੋ ਜਾਣੀ ਹੈ। ਰਾਤ ਪੈ ਗਈ ਆ ਤੇ ਹੁਣ ਰਾਤ ਥੋੜਾ ਰਹਿਣੀ ਹੈ, ਦਿਨ ਹੋ ਜਾਣਾ ਹੈ। ਅੱਜ ਮੈਂ ਬਹੁਤ ਦੁਖੀ ਹਾਂ ਤੇ ਸਦਾ ਦੁਖੀ ਥੋੜਾ ਮੈਂ ਰਹਿਣਾ ਹੈ।
ਇਹ ਦੁੱਖ ਮਿਟ ਜਾਣਾ ਹੈ। ਅੱਜ ਮੈਂ ਬਹੁਤ ਸੁਖੀ ਹਾਂ, ਕੱਲ ਨੂੰ ਮੈਂ ਦੁਖੀ ਹੋ ਜਾਣਾ ਹੈ। ਇਹ ਸੁੱਖ ਨਹੀਂ ਮੇਰੇ ਕੋਲ ਰਹਿਣਾ। ਜੇ ਦੁੱਖ ਵੀ ਨਹੀਂ ਨਾ ਰਹਿਣਾ, ਸੁੱਖ ਵੀ ਨਹੀਂ ਰਹਿਣਾ। ਮਾਂ ਬਾਪ ਨਹੀਂ ਰਹਿੰਦੇ, ਭੈਣ ਭਰਾ ਨਹੀਂ ਰਹਿੰਦੇ, ਕੋਈ ਵੀ ਨਹੀਂ ਰਹਿੰਦਾ ਧਰਤੀ ਉੱਤੇ। ਮਿਲਦੇ ਨੇ ਅੱਜ ਭੈਣ ਭਰਾ ਮਿਲਦੇ ਵੀ ਨੇ ਤੇ ਵਿਛੜ ਵੀ ਜਾਂਦੇ ਨੇ। ਮਾਂ ਬਾਪ ਮਿਲਦਾ ਹੈ, ਵਿਛੜ ਜਾਂਦੇ ਨੇ। ਭੈਣ ਭਰਾ ਮਿਲਦੇ ਨੇ, ਵਿਛੜ ਜਾਂਦੇ ਨੇ। ਇਹ ਜੁਗਤ ਨੂੰ ਪਛਾਣਨਾ ਹੈ। ਸਾਰੇ ਆਪਣੇ ਨੇ, ਕੋਈ ਸਮਾਂ ਆਉਣਾ ਕੋਈ ਵੀ ਆਪਣਾ ਨਹੀਂ ਹੈ। ਸਾਰੇ ਵੈਰੀ ਨੇ, ਸਾਰੇ ਮਿੱਤਰ ਨੇ। ਇਹ ਬਦਲਨੇ ਨੇ। ਅੱਜ ਜਿਹੜੇ ਮੇਰੇ ਵੈਰੀ ਨੇ ਨਾ, ਇਹ ਵੈਰੀ ਸਦਾ ਨਹੀਂ ਰਹਿਣੇ, ਇਹ ਮਿੱਤਰ ਹੋ ਜਾਣੇ ਨੇ। ਜਿਹੜੇ ਅੱਜ ਮਿੱਤਰ ਨੇ ਕਦੀ ਵੈਰੀ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਕਿ ਦੁੱਖ ਦੁੱਖ ਨਹੀਂ ਰਹਿਣਾ, ਸੁੱਖ 'ਚ ਬਦਲ ਜਾਣਾ ਹੈ। ਸੁੱਖ ਸੁੱਖ ਨਹੀਂ ਰਹਿਣਾ, ਦੁੱਖ 'ਚ ਬਦਲ ਜਾਣਾ ਹੈ। ਬੜੀ ਬੜੀ ਸੰਪਦਾ ਦਾ ਦਿਵਾਲੀਆ ਹੋ ਜਾਂਦਾ ਹੈ। ਕੰਗਾਲ ਹੋ ਜਾਂਦੇ ਨੇ, ਕੰਗਾਲ ਅਮੀਰ ਹੋ ਜਾਂਦੇ ਨੇ। ਰਾਜੇ ਕੰਗਾਲ ਹੋ ਜਾਂਦੇ ਨੇ, ਕੰਗਾਲ ਰਾਜੇ ਬਣ ਜਾਂਦੇ ਨੇ। ਇਹ ਰੱਬ ਦਾ ਅਸੂਲ ਹੈ। ਮਾਰ ਕਹਿੰਦੇ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਇਹ ਉਸ ਨੂੰ ਪਤਾ ਲੱਗਣਾ ਹੈ ਕਿ ਦੁੱਖ ਨੂੰ ਵੀ ਨਹੀਂ ਮੰਨਦਾ ਤੇ ਮੈਂ ਸੁੱਖ ਨੂੰ ਵੀ ਨਹੀਂ ਮੰਨਦਾ। ਮੇਰੇ ਹੱਥੇ ਦੁੱਖ ਸੁੱਖ ਦੋਨੋਂ ਸਮ ਕਰ ਜਾਣੇ। ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਹੀਂ ਮਾਨ ਅਪਮਾਨਾ। ਜਨ ਨਾਨਕ ਇਹ ਖੇਲ ਕਠਨ ਹੈ। ਬੜਾ ਔਖੀ ਬਾਤ ਹੈ। ਦੁੱਖ ਹੋਵੇ ਤੇ ਬੰਦਾ ਦੁੱਖ ਨੂੰ ਨਾ ਮੰਨੇ, ਸੁੱਖ ਹੋਵੇ ਤੇ ਬੰਦਾ ਸੁੱਖ ਨੂੰ ਨਾ ਮੰਨੇ। ਮਹਾਰਾਜ ਕਹਿੰਦੇ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਣੀ। ਜਿਹਨੂੰ ਪਤਾ ਲੱਗ ਗਿਆ, ਇਹ ਜੁਗਤ ਨੂੰ ਪਛਾਣ ਗਿਆ ਤੇ ਨਾਨਕ ਲੀਨ ਪਇਓ ਗੋਬਿੰਦ ਸਿਓ। ਆਹ ਮਹਾਰਾਜ ਕਹਿੰਦੇ ਫਿਰ ਉਹਦੀ ਸੁਰਤ ਜਿਹੜੀ ਹੈ ਨਾ, ਨਾਨਕ ਲੀਨ ਪਇਓ ਗੋਬਿੰਦ ਸਿਓ, ਉਹ ਰੱਬ ਵਿੱਚ ਲੀਨ ਹੋ ਗਿਆ। ਤੇ ਰੱਬ ਨੂੰ ਦੁੱਖ ਸੁੱਖ ਨਹੀਂ ਹੈ, ਰੱਬ ਕੋ ਦੁੱਖ ਵੀ ਨਹੀਂਗਾ। ਫਿਰ ਮੈਂ ਕਹਿ ਦਿਆਂ ਕਿ ਜਿਹੜੇ ਸਾਡੇ ਕੋ ਦੁੱਖ ਨੇ ਨਾ, ਇਹਦਾ ਬੀਜ ਕਿਹੜਾ ਵਾ? ਸੁਖ ਮੰਗਤ ਦੁੱਖ ਅਗ ਲਿਆਵੇ, ਸੋ ਸੁਖ ਹਮੂ ਨਾ ਮੰਗਿਆ ਪਾਵੇ। ਦੁੱਖਾਂ ਦਾ ਬੀਜ ਸੁਖ ਵਾ। ਸੁਖ ਵਿੱਚੋਂ ਹੀ ਦੁੱਖ ਪੈਦਾ ਹੁੰਦੇ ਨੇ। ਤੇ ਮਹਾਂਪੁਰਖ ਸੁੱਖਾਂ ਨੂੰ ਵੀ ਨਹੀਂ ਮੰਨਦੇ, ਮਹਾਂਪੁਰਖ ਦੁੱਖਾਂ ਨੂੰ ਵੀ ਨਹੀਂ ਮੰਨਦੇ। ਨਾਨਕ ਲੀਨ ਪਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਉਹ ਰੱਬ ਚ ਲੀਨ ਹੋ ਜਾਂਦੇ ਨੇ। ਰੱਬ ਉੱਤੇ ਕੋਈ ਦਿਨ ਰਾਤ ਥਿਤ ਵਾਰ ਦਾ ਕੋਈ ਅਸਰ ਨਹੀਂ ਹੈ। ਤਾਂ ਹੀ ਤੁਹਾਨੂੰ ਅਕਾਲ ਕਹਿੰਦੇ ਨੇ। ਸਮੇਂ ਦੇ ਚੱਕਰ 'ਚ ਨਹੀਂ ਆ ਉਹ। ਅਸੀਂ ਸਮੇਂ ਦੇ ਚੱਕਰ 'ਚ ਦੁੱਖ ਸੁੱਖ ਭੋਗਦੇ ਹਾਂ, ਉਹ ਨਹੀਂ ਭੋਗਦਾ। ਤੇ ਜਿਹੜੇ ਉਹਦੇ ਵਿੱਚ ਲੀਨ ਹੋ ਜਾਂਦੇ ਨੇ, ਉਸਤਤ ਨਿੰਦਾ ਦਾ ਤਿਆਗ ਕਰਕੇ, ਦੁੱਖ ਸੁੱਖ ਦਾ ਤਿਆਗ ਕਰਕੇ, ਕੰਚਨ ਮਿੱਟੀ ਦਾ ਤਿਆਗ ਕਰਕੇ। ਕਈਆਂ ਵਾਸਤੇ ਮਿੱਟੀ ਵੀ ਕੰਚਨ ਬਣੀ ਹੋਈ ਆ, ਤੇ ਮਹਾਂਪੁਰਖਾਂ ਵਾਸਤੇ ਕੰਚਨ ਵੀ ਮਿੱਟੀ ਤੋਂ ਵੀ ਕੁਛ ਮਿੱਟੀ ਤੋਂ ਵੀ ਥੱਲੇ ਹੈ। ਇੱਕ ਸਾਖੀ ਸੁਣਾਉਂਦੇ ਹੁੰਦੇ ਆ, ਕੋਈ ਮਹਾਂਪੁਰਖ ਤੁਰੇ ਜਾ ਰਹੇ ਸੀ ਤੇ ਪਿੱਛੇ ਪਿੱਛੇ ਉਹਨਾਂ ਦੀ ਧਰਮ ਪਤਨੀ ਤੁੱਕਾ ਰਾਮ ਜੀ, ਕੋਈ ਮਹਾਂਪੁਰਖ ਹੋਏ ਨੇ ਮਹਾਰਾਸ਼ਟਰ ਦੇ ਵਿੱਚ। ਅੱਗੇ ਅੱਗੇ ਤੁਰੇ ਜਾ ਰਹੇ ਨੇ ਤੇ ਰਾਹ ਵਿੱਚ ਸੋਨਾ ਪਿਆ। ਪਿੱਛੇ ਪਿੱਛੇ ਉਹਨਾਂ ਦੀ ਇਸਤਰੀ ਹੈ। ਉਹ ਮਹਾਂਪੁਰਖ ਕੀ ਕਰਨ ਲੱਗ ਪਏ? ਸੋਨੇ ਉੱਤੇ ਮਿੱਟੀ ਪਾਤੀ ਉਹਨਾਂ ਨੇ। ਕੋਈ ਮੋਹਰ ਪਈ ਸੀ ਸੋਨੇ ਦੀ। ਉਹਨੇ ਸੋਚਿਆ ਵੀ ਪਿੱਛੇ ਮੇਰੀ ਘਰ ਦੀ ਆਉਂਦੀ ਆ, ਕਿਤੇ ਇਹ ਲਾਲਚ ਨਾ ਅੱਜ ਇਹਨੂੰ ਸੋਨੇ ਦਾ, ਕਿਉਂਕਿ ਇਸਤਰੀ ਜਾਤ ਨੂੰ ਸੋਨਾ ਬੜਾ ਪਿਆਰਾ ਹੁੰਦਾ ਹੈ। ਮਰਦ ਦਾ ਬੜਾ ਬਚਨ ਕੀਮਤੀ ਹੈ ਕਿ ਕਾਮਨ ਲੋੜੇ ਸੋਨਾ ਰੂਪਾ। ਇਸਤਰੀ ਨੂੰ ਦੋ ਚੀਜ਼ਾਂ ਦੇਈ ਜਾਓ ਤੇ ਜਿਹੜੇ ਮਰਜ਼ੀ ਕੰਮ ਕਰਾਈਏ ਉਹਦੇ ਕੋਲ। ਇੱਕ ਇਹਨੂੰ ਸੋਨਾ ਰੋਜ਼ ਦਾ ਦਿਖਾ ਦਿਓ ਨਵਾਂ ਲਿਆਣ ਕੇ ਡਲੀ, ਇੱਕ ਚਾਂਦੀ। ਇੱਕ ਲਿਫਾਫਾ ਦਿਖਾ ਦਿਓ ਇਹਨੂੰ ਰੋਜ਼ ਦਾ। ਇਹ ਇਸਤਰੀ ਜਾਤ ਸੂਟ ਤੇ ਬੂਟ ਪਿੱਛੇ ਰੁੜੀ ਫਿਰਦੀ ਆ। ਇਹ ਆਪਣੇ ਰੂਪ ਨੂੰ ਸ਼ਿੰਗਾਰ 'ਚ ਰੁੜੀ ਹੋਈ ਫਿਰਦੀ ਹੈ। ਮਰਦ ਬਚਨ ਹੈ, ਕਾਮਨ ਲੋੜੇ ਸੋਨਾ ਰੂਪਾ।
ਇਸਤਰੀ ਨੂੰ ਸੋਨਾ ਪਿਆਰਾ ਵਾ ਤੇ ਚਾਂਦੀ ਪਿਆਰਾ ਵਾ। ਮਿੱਤਰ ਲੜੋਏ ਸੋ ਖਾ ਦਾਤਾ, ਤੇ ਮਿੱਤਰ ਕੀ ਲੋੜਦੇ ਨੇ ਸਾਡੇ ਕੋਲ ਵੀ ਸਾਨੂੰ ਖਾਣ ਪੀਣ ਨੂੰ ਯਾਰ ਖਵਾਈ ਪਿਆਈ ਜਾਵੇ। ਨਾਨਕ ਪਾਪ ਕਰੇ ਤਿਨ ਕਾਰਨ, ਤੂੰ ਇਹਨਾਂ ਦੀ ਖਾਤਰ ਪਾਪ ਕਰਦਾ ਹੈ। ਤੈਨੂੰ ਨਹੀਂ ਫੜਿਆ ਜਾਣਾ, ਉਹਨਾਂ ਨੂੰ ਨਹੀਂ ਫੜਿਆ ਜਾਣਾ ਜਿਨ੍ਹਾਂ ਨੂੰ ਤੂੰ ਸੋਨੇ ਖਰੀਦ ਕੇ ਦਿੱਤੇ ਨੇ, ਤੂੰ ਫੜਿਆ ਜਾਣਾ ਹੈ। ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜਮ ਪ੍ਰਭਾ ਦਾਤਾ। ਸੁਤ ਕੰਚਨ ਸੋ ਹੇਤ ਵਧਾਇਆ। ਪਤਾ ਨਹੀਂ ਕਿੰਨਾ ਕਿੰਨਾ ਸੋਨਾ ਲੋਕਾਂ ਨੇ ਇਕੱਠਿਆਂ ਕਰਕੇ ਰੱਖਿਆ ਘਰਾਂ ਦੇ ਵਿੱਚ, ਆਪਣੀ ਮੌਤ ਆਪ ਖਰੀਦ ਕੇ ਰੱਖੀ ਹੋਈ ਹੈ। ਫਿਰ ਜਦੋਂ ਚੋਰ ਆਉਂਦੇ ਨੇ ਨਾਲੇ ਛੁਰਾ ਮਾਰ ਦਿੰਦੇ ਨੇ ਤੇ ਨਾਲੇ ਸੋਨਾ ਲੈ ਜਾਂਦੇ ਨੇ। ਤੇ ਸੋਨੇ ਦੇ ਅਰਥ ਬੜੇ ਵਧੀਆ ਕੀਤੇ ਨੇ ਕਿਸੇ ਨੇ। ਗਿਆਨੀ ਰਣਜੀਤ ਸਿੰਘ ਕਥਾ ਕਰ ਰਹੇ ਸੀ ਬੰਗਲਾ ਸਾਹਿਬ ਵਾਲੇ, ਕਹਿੰਦੇ ਸੋਨੇ ਦਾ ਅਰਥ ਪਤਾ ਕੀ ਆ ਵੀ ਸੌਣਾ ਨਹੀਂਗਾ। ਜੇ ਤੂੰ ਮੈਨੂੰ ਕੋਲ ਰੱਖੇਗਾ ਮੈਂ ਤੈਨੂੰ ਸੌਣ ਨਹੀਂ ਦੇਣਾ, ਤਾਂ ਇਹਦਾ ਨਾਂ ਸੋਨਾ ਰੱਖਿਆ। ਤੇ ਜਦੋਂ ਅਸੀਂ ਧਰਮ ਗ੍ਰੰਥਾਂ ਨੂੰ ਪੜ੍ਹਦੇ ਆ ਨਾ, ਤੇ ਕਲਯੁਗ ਦੀ ਨਿਸ਼ਾਨੀ ਜਿਹਨੂੰ ਦੱਸੀ ਹੈ ਨਾ ਧਰਮ ਗ੍ਰੰਥਾਂ ਦੇ ਵਿੱਚ, ਤੇ ਕਲਯੁਗ ਨੇ ਆਖਿਆ ਵੀ ਜਿੱਥੇ ਸੋਨਾ ਹੋਊਗਾ ਉੱਥੇ ਮੈਂ ਵਸੂੰਗਾ। ਜਿੱਥੇ ਨਸ਼ਾ, ਜੂਆ, ਜਨਾਨੀਬਾਜ਼ ਜਿਹੜੀ ਉਹ ਪਰ ਇਸਤਰੀਆਂ ਦਾ ਸੰਗ ਕਰਨਾ ਤੇ ਸੋਨਾ, ਇਹ ਚਾਰ ਜਗ੍ਹਾ ਤੇ ਕਲਯੁਗ ਦਾ ਵਾਸਾ ਵਾ। ਜਦੋਂ ਰਾਜੇ ਪ੍ਰੀਸ਼ਤ ਤੋਂ ਬਾਅਦ ਕਲਯੁਗ ਸ਼ੁਰੂ ਹੋਇਆ ਨਾ, ਤੇ ਉਦੋਂ ਫਿਰ ਕਹਿੰਦੇ ਵੀ ਕਲਯੁਗ ਨੇ ਆਗਿਆ ਮੰਨ ਲਈ ਵੀ ਮੈਂ ਚਾਰ ਜਗ੍ਹਾ 'ਤੇ ਰਹੂੰਗਾ। ਜਿੱਥੇ ਸੋਨਾ ਇਕੱਠਾ ਕਰਨਗੇ ਲੋਕੀ, ਜਿੱਥੇ ਨਸ਼ਾ ਵਰਤਿਆ ਜਾਊਗਾ, ਜਿੱਥੇ ਪਰ ਇਸਤਰੀਆਂ ਦਾ ਕੋਈ ਗਾਮੀ ਹੋਏਗਾ, ਹਾਂਜੀ, ਤੇ ਜੂਆ। ਇਹ ਚੌਂ ਥਾਵਾਂ ਤੇ ਸੋਨੇ ਦਾ ਵਾਸਾ ਹੈ। ਤੇ ਮਾਰ ਕਹਿੰਦੇ ਜਿਹਦੇ ਕੋ ਸੋਨਾ ਹੈ ਨਾ, ਕੰਚਨ ਮਾਟੀ ਮਾਨੇ। ਮੈਂ ਕਹਿ ਰਿਹਾ ਸੋਨੇ ਦਾ ਅਰਥ ਆ ਵੀ ਸੌਣ ਨਹੀਂ ਦੇਣਾ। ਤੂੰ ਗਲ 'ਚ ਮੈਨੂੰ ਪਾ ਲਾ, ਮੈਂ ਗਲ ਤੇਰੇ ਨੂੰ ਢੱਕਣ ਨਹੀਂ ਦੇਊਂਗਾ, ਤੂੰ ਨੰਗਾ ਕਰਕੇ ਗੱਲ ਲੋਕਾਂ ਨੂੰ ਦਿਖਾਏਂਗਾ। ਉਹ ਕੱਲ੍ਹ ਵੀ ਇੱਕ ਬੀਬੀ ਕਹਿ ਰਹੀ ਸੀ ਕਥਾ ਕਰਦਿਆਂ ਵੀ ਜੇ ਕਿਸੇ ਇਸਤਰੀ ਨੇ ਸੋਨੇ ਦੀਆਂ ਚੂੜੀਆਂ ਪਾਈਆਂ ਤੇ ਇੱਦਾਂ ਹੱਥ ਦਿਖਾਉਂਦੀ ਫਿਰੂਗੀ। ਉਹ ਇਹ ਸੁਭਾਅ ਹੈ, ਮਨੁੱਖੀ ਸੁਭਾਅ, ਹੰਕਾਰ ਹੈ। ਸੋਨੀ ਵਧੀਆ ਘੜੀ ਪਾਈ ਤੇ ਬੰਦਾ ਗੁੱਟ ਦਿਖਾਉਂਦਾ ਹੈ, ਸੋਨਾ ਪਾਇਆ ਤੇ ਆਪਣੀ ਚੈਨੀ ਦਿਖਾਉਂਦਾ। ਇਹ ਤਾਂ ਸੁਭਾਅ ਹੈ, ਹੰਕਾਰ ਹੈ। ਉਹ ਮਹਾਂਪੁਰਖਾਂ ਨੇ ਤੁਰੇ ਜਾ ਰਹੇ ਸੀ, ਮੈਂ ਕਹਿ ਰਿਹਾ ਸੀ ਤੁੱਕਾ ਰਾਮ ਜੀ, ਤੇ ਪਿੱਛੇ ਪਿੱਛੇ ਉਹਨਾਂ ਦੀ ਧਰਮ ਪਤਨੀ, ਤੇ ਅੱਗੇ ਸੋਨੇ ਦੀ ਕੋਈ ਮੋਹਰ ਪਈ ਸੀ। ਉਹ ਮਿੱਟੀ ਪਾਉਣ ਲੱਗ ਪਏ ਉੱਤੇ ਵੀ ਇਸਤਰੀ ਨੂੰ ਸੋਨਾ ਬੜਾ ਪਿਆਰਾ ਹੁੰਦਾ ਹੈ। ਮੈਂ ਕਹਿ ਰਿਹਾ ਇਹਨੂੰ ਸੂਟ ਤੇ ਬੂਟ ਨਵਾਂ ਰੋਜ਼ ਦਾ ਮਿਲਣਾ ਚਾਹੀਦਾ ਹੈ। ਇਹ ਰੁੜ ਗਈ ਨਾ ਚੀਜ਼ਾਂ ਪਿੱਛੇ। ਕੁਝ ਬੀਬੀਆਂ ਹੈ ਨੇ ਸੰਜਮ ਵਾਲੀਆਂ, ਬਹੁਤੀਆਂ ਦੀ ਇਸੇ ਕੰਮ 'ਚ ਰੁੜੀਆਂ ਫਿਰਦੀਆਂ ਨੇ। ਉਹ ਅੱਗੇ ਵੀ ਉਹ ਗਿਆਨੀ ਕੋ ਕਹਿੰਦੇ ਆ ਵੀ ਸਦੀਆਂ ਹੋ ਗਈਆਂ ਬੰਦੇ ਦਾ ਇੱਕੋ ਹੀ ਕੁੜਤਾ ਪਜਾਮਾ, ਇਹ ਤੀਜੇ ਦਿਨ ਆਪਣਾ ਡਰੈਸ ਬਦਲਦੀ ਹੈ, ਨਵਾਂ ਫੈਸ਼ਨ ਲੈ ਕੇ ਆਉਂਦੀ ਤੀਜੇ ਦਿਨ। ਹੁਣ ਫੈਸ਼ਨਾਂ ਨੇ ਵੀ ਅੰਤ ਕਰਤੀ। ਹੁਣ ਲੋਕੀ ਪਾੜ ਕੇ ਕੱਪੜੇ ਪਾਉਣ ਲੱਗ ਪਏ ਨੇ। ਜੋ ਮਰਜ਼ੀ ਕਰ ਲੈਣ, ਇਹਨਾਂ ਨੂੰ ਸੰਤੋਖ ਨਹੀਂ ਆਉਣਾ। ਨਵੇਂ ਤੋਂ ਨਵਾਂ ਪਾ ਕੇ ਵੇਖ ਲਿਆ, ਸਬਰ ਨਹੀਂ ਆਇਆ। ਹੁਣ ਅੱਜ ਕੱਲ੍ਹ ਦੇ ਕੱਪੜੇ ਜਿਹੜੇ ਪਾਟੇ ਹੋਏ ਕੱਪੜੇ ਨੇ, ਮਹਿੰਗੇ ਵਿਕਦੇ ਨੇ, ਲੋਕੀ ਪਾਟੇ ਪਾਉਣ ਲੱਗ ਪਏ ਨੇ। ਇਹ ਸਿਰਫ ਜਿਹੜਾ ਅੰਦਰ ਸਾਡੇ ਖਲਾਵ ਆ ਨਾ, ਮਨੁੱਖ ਉਸ ਨੂੰ ਭਰਨਾ ਚਾਹੁੰਦਾ ਹੈ। ਪਹਿਲੋਂ ਇਹਨੇ ਨਵੇਂ ਪਾ ਕੇ ਵੇਖ ਲਿਆ, ਅੰਦਰ ਦਾ ਖਲਾਅ ਭਰਿਆ ਨਹੀਂ ਆ। ਹੁਣ ਇਹ ਪਾਟੇ ਪਾ ਕੇ ਤੋਇਆ ਫਿਰਦਾ ਤਾਂ ਵੀ ਨਹੀਂ ਭਰਨਾ। ਜਿੰਨਾ ਚਿਰ ਬੰਦਾ ਅੰਦਰੋਂ ਅਸ਼ਾਂਤ ਰਹੇਗਾ, ਇਹ ਕੰਮ ਕਰੇਗਾ। ਕਦੀ ਨਵੇਂ ਪਾਵੇਗਾ, ਕਦੀ ਪਾਟੇ ਪਾਵੇਗਾ, ਕਦੀ ਕਿਸੇ ਕਿਸਮ ਦੇ, ਕਿਉਂਕਿ ਇਸਤਰੀ ਜਾਤ ਦੇ ਅੰਦਰ ਬਹੁਤ ਵੱਡਾ ਖਲਾਅ ਆ। ਹਾਲਾਂਕਿ ਮਨੁੱਖ ਵੀ ਅੰਦਰੋਂ ਖਾਲੀ ਹੈ, ਪਰ ਇਸਤਰੀ ਜਾਤ ਬਹੁਤ ਖਾਲੀ ਹੈ ਅੰਦਰੋਂ। ਇੱਕ ਤੇ ਬੋਲਦੀ ਬੜਾ ਹੈ, ਇਹ ਚੰਚਲ ਬੜਾ ਹੈ ਇਸਤਰੀ। ਤਾਂ ਹੀ ਇਹ ਬਾਰ-ਬਾਰ ਆਪਣੇ ਕੱਪੜੇ ਤਰ੍ਹਾਂ ਦੇ ਬਦਲਦੀ, ਕਿਉਂਕਿ ਅੰਦਰੋਂ ਖਾਲੀ ਹੈ ਤੇ ਅੰਦਰ ਇਹ ਖਾਲੀ ਪਰ ਨੂੰ ਭਰਨਾ ਚਾਹੁੰਦੀ, ਉਹ ਭਰਦੀ ਨਹੀਂ ਹੈ। ਕਦੀ ਵਿਸ਼ੇ ਭੋਗਨ ਆਪਣੇ ਆਪ ਨੂੰ ਭਰਨਾ ਚਾਹੁੰਦੀ ਹੈ, ਤਾਂ ਹੀ ਉਹਦੇ ਵੇਸ਼ਵਾ ਦੇ ਬਾਜ਼ਾਰ ਨੇ। ਕਦੀ ਇਹ ਕੱਪੜਿਆਂ ਨਾਲ ਆਪਣੇ ਆਪ ਨੂੰ ਭਰਨਾ ਚਾਹੁੰਦੀ ਹੈ, ਅੰਦਰ ਤੇ ਭਰਨਾ ਨਹੀਂ ਹੈ। ਤੇ ਤੁਸੀਂ ਦੁਕਾਨ ਤੇ ਵੇਖ ਲਿਓ ਕੱਪੜਿਆਂ ਵਾਲੇ ਜਾ ਕੇ, ਸਾਰੇ ਇਹਨਾਂ ਦੇ ਕੱਪੜੇ ਨੇ। ਜੇ ਪੁੱਛਣਗੇ ਕੋਈ ਬੰਦਾ ਆ ਕੇ ਮੈਂ ਵੀ ਕੁੜਤਾ ਪਜਾਮਾ ਲੈਣਾ, ਉਹ ਕਹਿੰਦੇ ਪਿਛਲੇ ਕਮਰੇ 'ਚੋਂ ਕੱਢ ਕੇ ਲਿਆਓ। ਬੰਦਿਆਂ ਦੇ ਪਿਛਲੇ ਕਮਰੇ 'ਚ ਰੱਖੇ ਨੇ ਕੱਪੜੇ,
ਇਹਨਾਂ ਦੇ ਬਾਹਰ ਸੜਕਾਂ ਤੇ ਰੱਖੇ ਨੇ ਤੇ ਸਦੀਆਂ ਹੋ ਗਈਆਂ ਬੰਦਾ ਉਹ ਕੁੜਤੇ ਪਜਾਮਾ ਹੀ ਪਾਉਂਦਾ, ਇਹ ਰੋਜ਼ ਨਵੇਂ ਡਰੈਸ ਬਦਲਦੀ ਹੈ। ਰੱਬ ਖੈਰ ਕਰੇ। ਉਹਨੇ ਸੋਚਿਆ ਵੀ ਇਸਤਰੀ ਜਾਤ ਨੂੰ ਸੋਨਾ ਬੜਾ ਪਿਆਰਾ, ਉਹ ਮਿੱਟੀ ਪਾਉਣ ਲੱਗ ਪਿਆ ਉੱਤੇ। ਉਹਨੇ ਚਿਰ ਨੂੰ ਮਹਾਂਪੁਰਖਾਂ ਦੇ ਘਰ ਦੀ ਪਿੱਛੇ ਆ ਗਈ। ਕਹਿਣ ਲੱਗੇ ਇਹ ਕੀ ਕਰਦੇ ਹੋ, ਮਿੱਟੀ ਉੱਤੇ ਕਿਉਂ ਮਿੱਟੀ ਪਾ ਰਹੇ ਹੋ? ਅਜੇ ਤੁਹਾਡੀ ਬਿਰਤੀ ਸੋਨੇ ਤੇ ਮਿੱਟੀ ਦੇ ਵਿੱਚ ਫਰਕ ਰੱਖਦੀ ਹੈ। ਮੇਰੇ ਵਾਸਤੇ ਤੇ ਮਿੱਟੀ ਆ ਜਿਹਦੇ ਤੂੰ ਮਿੱਟੀ ਪਾਉਂਦਿਆਂ ਸੋਨੇ ਉੱਤੇ। ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕੰਚਨ ਮਾਟੀ ਮਾਨੇ, ਸਾਡੇ ਵਾਸਤੇ ਮਿੱਟੀ ਵੀ ਸੋਨਾ ਬਣਿਆ ਪਿਆ। ਥੋੜੀ ਜਿਹੀ ਜ਼ਮੀਨ ਵਾਸਤੇ ਬੰਦਾ ਭਰਾ ਦਾ ਕਤਲ ਕਰ ਦਿੰਦਾ ਹੈ। ਏਡੀ ਧਨ ਦੀ ਅਹਿਮੀਅਤ ਸਾਡੀ ਜ਼ਿੰਦਗੀ ਵਿੱਚ ਹੈ। ਕੱਲ੍ਹ ਦੀ ਖਬਰ ਹੈ ਕਿ ਇੱਕ ਪੋਤਰ ਨੇ ਆਪਣੇ ਦਾਦੀ ਨੂੰ ਵੀ ਮਾਰ ਦਿੱਤਾ ਤੇ ਪਿਓ ਨੂੰ ਵੀ ਮਾਰ ਦਿੱਤਾ ਹੈ ਜ਼ਮੀਨ ਵਾਸਤੇ। ਇੰਨਾ ਲੋਭ ਲਾਲਚ ਮਨੁੱਖ ਦੇ ਅੰਦਰ ਅੱਜ ਹਾਵੀ ਹੋ ਗਿਆ ਹੈ ਕਿ ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਾ ਹੋ ਗਿਆ ਹੈ। ਇਹਨੂੰ ਧਨ ਨੇ ਹਲਕਾ ਕਰ ਦਿੱਤਾ ਹੈ। ਹੋਰਾਂ ਦੀ ਤੇ ਗੱਲ ਛੱਡੋ, ਤੇ ਮੈਂ ਕਹਿੰਦਾ ਹੁੰਦਾ ਸਾਡੇ ਕੌਮ ਦੇ ਗਿਆਨੀਆਂ ਨੂੰ ਵੀ ਹਲਕਾ ਹੋਇਆ ਪਿਆ ਹੈ। ਪੈਸੇ ਤੋਂ ਬਿਨਾਂ ਕਥਾ ਹੀ ਨਹੀਂ ਕਰਦੇ। ਲੋਭ ਲਹਿਰ ਸਭ ਸਵਾਨ ਹਲਕ ਹੈ। ਉਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਦਿੱਲੀ ਤੋਂ ਆਪਾਂ ਹੁਣ ਸਮਾਪਤੀ ਕਰੀਏ। ਦਿੱਲੀ ਤੋਂ ਇੱਕ ਸਿੱਖ ਨੂੰ ਨਾਰੀਅਲ ਤੇ 5 ਪੈਸੇ ਦੇ ਕੇ ਭੇਜਿਆ ਵੀ ਜਾ। ਉੱਥੋਂ ਹੀ ਮਹਾਰਾਜ ਨੇ ਦਿੱਲੀ ਕੋਤਵਾਲੀ ਥਾਣੇ ਅੰਦਰੋਂ ਬੈਠ ਕੇ ਮੱਥਾ ਟੇਕ ਦਿੱਤਾ। ਲੈ ਕੇ ਸ਼੍ਰੀ ਗੁਰੂ ਤੇਗ ਬਹਾਦਰ ਕਰਮੇ ਧਰਿਓ ਧਿਆਨ ਨੰਦਨ ਕੋ ਉਰਮੇ। ਆਪਣੇ ਪੁੱਤਰ ਦਾ ਧਿਆਨ ਧਰ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਧਰੋ ਧਿਆਨ ਨੰਦਨ ਕੋ ਉਰਮੇ। ਆਪਣੇ ਹਿਰਦੇ ਵਿੱਚ ਗੋਬਿੰਦ ਦਾ ਧਿਆਨ ਧਰਦਿਆਂ ਹੋਇਆਂ ਬੰਧਨ ਕੀਨ ਸੋ ਅਪਰ ਅਗਾਰੀ। ਮਹਾਰਾਜ ਨੇ ਮੱਥਾ ਟੇਕ ਦਿੱਤਾ ਤੇ ਉਹ ਗੁਰਤਾ ਗੱਦੀ ਬਖਸ਼ ਦਿੱਤੀ। ਮੁੜ ਕੇ ਜੇਲ੍ਹ ਵਿੱਚੋਂ ਹੀ ਸਿੱਖ ਨੂੰ ਹੁਕਮ ਕੀਤਾ ਧੰਨ ਗੁਰੂ ਤੇਗ ਬਹਾਦਰ ਜੀ ਨੇ ਵੀ ਇਸ ਨਾਰੀਅਲ ਤੇ 5 ਪੈਸਿਆਂ ਨੂੰ ਆਨੰਦਪੁਰ ਲੈ ਕੇ ਜਾਓ ਤੇ ਗੋਬਿੰਦ ਰਾਏ ਨੂੰ ਗੁਰਤਾ ਗੱਦੀ ਦਾ ਤਿਲਕ ਲਾ ਕੇ ਤੇ ਉਹਨਾਂ ਨੂੰ ਗੁਰਿਆਈ ਅਸੀਂ ਬਖਸ਼ ਦਿੱਤੀ ਹੈ। ਮੈਂ ਤੇ ਉਹ ਕਹਿੰਦਾ ਨਾ ਵੀ ਧੰਨ ਗੁਰੂ ਤੇਗ ਬਹਾਦਰ ਨੂੰ ਗੁਰਿਆਈ ਦਿੱਲੀ ਤੋਂ ਆਈ ਸੀ ਤੇ ਅੱਜ ਦਿੱਲੀ ਤੋਂ ਆਪ ਖੁਦ ਉਹ ਭੇਜ ਰਹੇ ਨੇ ਆਨੰਦਪੁਰ ਨੂੰ। ਉਦੋਂ ਵੀ 8ਵੇਂ ਪਾਤਸ਼ਾਹ ਨੇ ਮੱਥਾ ਬਾਬੇ ਬਕਾਲੇ ਨੂੰ ਟੇਕਿਆ ਸੀ ਤੇ ਕਹਿਤਾ ਸੀ ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਗਲ ਸੰਭਾਲੇ। ਅੱਜ ਵੀ ਧੰਨ ਗੁਰੂ ਤੇਗ ਬਹਾਦਰ ਦਿੱਲੀ ਕੈਦ ਵਿੱਚ ਨੇ ਤੇ ਕੈਦ ਵਿੱਚੋਂ ਮੱਥਾ ਪੈ ਟੇਕਦੇ ਨੇ ਤੇ ਕਹਿਣ ਲੱਗੇ ਵੀ ਅੱਜ ਤੋਂ ਬਾਅਦ ਹੁਣ ਅਸੀਂ ਤਾਂ ਹੁਣ ਇਹ ਫਾਨੀ ਸੰਸਾਰ ਤੋਂ ਕੂਚ ਕਰ ਜਾਣਾ ਹੈ। ਆਉਣ ਵਾਲੇ ਸਮੇਂ 'ਚ ਸਾਡਾ ਸਪੂਤ ਗੋਬਿੰਦ ਰਾਏ ਗੁਰਤਾ ਗੱਦੀ ਤੇ ਬਿਰਾਜਮਾਨ ਹੋਣਗੇ। ਇਸ ਤਰੀਕੇ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਗੁਰਿਆਈ ਦੀ ਰਸਮ ਨਿਭਾਈ ਆ। ਬਾਰ ਕਿਰਪਾ ਕਰਨ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦੇ ਆਵੇ ਤਾਏ ਸਭ ਥਾਂ ਹੀ ਹੋਏ ਸਹਾਈ। ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਕੱਲ੍ਹ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਥੋੜ੍ਹਾ ਜਿਹਾ ਸਮਾਂ ਕੱਲ੍ਹ ਵੀ ਆਪਾਂ ਉਹਨਾਂ ਦੀ ਸ਼ਹੀਦੀ ਦਿਹਾੜੇ 'ਤੇ ਲਾਵਾਂਗੇ। ਇੱਥੇ ਹੁਣ ਵਿਚਾਰਾਂ ਦੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।